आज महला पंजवा। ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ। ਕਹਿਆ ਦਾ ਮਤਲਬ ਜੋ ਤੂੰ ਕਹਿੰਦਾ ਹੈ, ਕਰਨਾ ਦਾ ਮਤਲਬ ਜੀਵਾਂ ਨੇ ਉਹੀ ਕੁਝ ਕਰਨਾ ਹੁੰਦਾ ਹੈ। ਕਹਿਆ ਦਾ ਮਤਲਬ ਆਖਿਆ ਹੋਇਆ ਬਚਨ यानी हुक्म यानी कुदरत ਦੇ ਬਜਵੇਂ ਨਿਯਮ। हे प्रभु, जो तू हुक्म करदा है ਉਹੀ ਜੀਵ ਕਰਦੇ ਨੇ, ਜੋ ਕੁਛ ਤੂੰ ਦਿੰਦਾ ਹੈ ਉਹੀ ਜੀਵ ਹਾਸਲ ਕਰਦੇ ਨੇ। ਜੋ ਕੁਛ ਤੂੰ ਕਹਿੰਦਾ ਹੈ, ਜੋ ਤੇਰਾ ਬਚਨ ਹੈ, ਹੁਕਮ ਹੈ, ਉਹੀ ਜੀਵ ਕਰਦੇ ਨੇ, ਤੇ ਜੋ ਤੂੰ ਦਿੰਦਾ ਹੈ ਉਹੀ ਜੀਵ ਲੈਂਦੇ ਨੇ, ਹੋਰ ਕੋਈ ਚੀਜ਼ ਲੈ ਨਹੀਂ ਸਕਦੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਇੱਥੇ ਕਹਿਆ ਦਾ ਮਤਲਬ ਹੈਗਾ ਹੁਕਮ, ਤੇ ਹੁਕਮ ਦਾ ਮਤਲਬ ਆਰਡਰ ਨਹੀਂ ਹੈ। ਹੁਕਮ ਦਾ ਮਤਲਬ ਹੈ ਸਿਸਟਮ, ਕੁਦਰਤ ਦੇ ਬਜਵੇਂ ਨਿਯਮ। ਜੋ ਕੁਦਰਤ ਦੇ ਬਜਵੇਂ ਨਿਯਮ ਨੇ, ਜੀਵਾਂ ਨੇ ਉਹੀ ਕਰਨਾ ਹੈ। ਇਹਨਾਂ ਕੁਦਰਤ ਦੇ ਨਿਯਮਾਂ ਤੋਂ ਬਾਹਰ ਇਹ ਜੀਵ ਕੁਝ ਨਹੀਂ ਕਰ ਸਕਦੇ, ਕੋਈ ਵੀ ਕੁਝ ਨਹੀਂ ਕਰ ਸਕਦਾ। ਜਿਵੇਂ ਮੈਂ ਇੱਕ ਦੋ ਮਿਸਾਲਾਂ ਕਰੀਬ ਰੋਜ਼ ਹੀ ਦੇ ਰਿਹਾ ਕਿ ਜੇ ਅਸੀਂ ਪਾਣੀ ਵਿੱਚ ਡੱਡੂਆਂ ਮੱਛੀਆਂ ਦੀ ਤਰ੍ਹਾਂ ਰਹਿਣਾ ਚਾਹੀਏ ਤੇ ਨਹੀਂ ਰਹਿ ਸਕਦੇ, ਤੇ ਜੇ ਮੱਛੀਆਂ ਬਾਹਰ ਰਹਿਣਾ ਚਾਹਣ ਤੇ ਉਹ ਸਾਡੀ ਤਰ੍ਹਾਂ ਨਹੀਂ ਰਹਿ ਸਕਦੀਆਂ। ਮਤਲਬ ਹੁਕਮ ਦੇ ਅੰਦਰ ਹੀ ਰਹਿਣਾ ਪਵੇਗਾ। ਦਿੱਤਾ ਲੈਣਾ ਦਾ ਮਤਲਬ ਜੋ ਤੂੰ ਦਿੰਦਾ ਹੈ ਉਹੀ ਜੀਵ ਲੈਂਦੇ ਨੇ। ਤਾਂ ਇੱਥੇ ਵੀ ਹੁਕਮ ਦੀ ਗੱਲ ਹੈ, ਸਿਸਟਮ ਦੀ ਗੱਲ ਹੈ। ਸਿਸਟਮ ਦੇ ਅੰਦਰ ਜੋ ਕੁਝ ਤੁਸੀਂ ਕਰੋਗੇ ਉਹੀ ਮਿਲੇਗਾ। ਜੇ ਨੈਗੇਟਿਵ ਸੋਚੋਗੇ ਤੇ ਉਹਦਾ ਰਿਜ਼ਲਟ ਨੈਗੇਟਿਵ ਨਿਕਲੇਗਾ। ਜੇ ਪੋਜ਼ਿਟਿਵ ਸੋਚੋਗੇ ਉਹਦਾ ਰਿਜ਼ਲਟ ਪੋਜ਼ਿਟਿਵ ਨਿਕਲੇਗਾ। ਕਣਕ ਬੀਜੋਗੇ ਕਣਕ ਉੱਗੇਗੀ, ਮੱਕੀ ਬੀਜੋਗੇ ਮੱਕੀ ਉੱਗੇਗੀ। ਕਦੇ ਵੀ ਕਿੱਕਰਾਂ ਦੇ ਬੀਜ ਕੇ ਅੰਗੂਰ ਨਹੀਂ ਖਾਦੇ ਜਾ ਸਕਦੇ। ਕਦੇ ਵੀ ਭੇਡਾਂ ਦੀ ਉੱਨ ਬਣਾ ਕੇ ਉਹਦੇ ਤੋਂ ਰੇਸ਼ਮੀ ਕੱਪੜੇ ਨਹੀਂ ਬਣਵਾਏ ਜਾ ਸਕਦੇ। ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏ ਦਾ ਪੈਂਦਾ ਲੋੜੈ ਪੱਟ। ਇਸ ਤਰ੍ਹਾਂ ਅਸੀਂ ਕਦੇ ਵੀ ਨੈਗੇਟਿਵ ਸੋਚ ਕੇ ਪੋਜ਼ਿਟਿਵ ਉਹਦਾ ਰਿਜ਼ਲਟ ਨਹੀਂ ਪਾ ਸਕਦੇ। ਮਤਲਬ ਹੁਕਮ ਦੇ ਅੰਦਰ ਸਾਰਾ ਕੁਝ ਹੈ। ਅਗਲਾ ਬਚਨ ਕਰਦੇ ਨੇ ਗਰੀਬਾਂ ਅਨਾਥਾਂ ਤੇਰਾ ਮਾਣਾ। ਜਿਹੜੇ ਗਰੀਬ ਨੇ, ਜਿਹੜੇ ਬੇਸਹਾਰਾ ਨੇ, ਗਰੀਬਾਂ ਔਰ ਅਨਾਥਾਂ ਨੂੰ ਤੇਰਾ ਹੀ ਸਹਾਰਾ ਹੈ। ਹੁਣ ਇਹ ਚੀਜ਼ ਸਮਝ ਲੈਣਾ, ਗਰੀਬ ਕੌਣ ਹੈ? ਐਸੇ ਕਰਕੇ ਨਹੀਂ। ਅਸਲ ਗਰੀਬ ਉਹ ਹੈ ਜਿਹਦੇ ਅੰਦਰ ਸੱਚਾਈ, ਦਇਆ, ਧਰਮ, ਧੀਰਜ ਆਦਿਕ ਨਹੀਂ ਹੈ। ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਤਾਂ ਜਿਹੜੇ ਗਰੀਬ ਨੇ ਮਾਨਸਿਕ ਤੌਰ ਤੇ, ਉਹਨਾਂ ਨੂੰ ਤੇਰਾ ਸਹਾਰਾ ਹੈ। ਜੇ ਉਹ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਆਣ ਤੇ ਉਹ ਅਮੀਰ ਹੋ ਸਕਦੇ ਨੇ, ਆਤਮਿਕ ਤੌਰ ਤੇ ਅਮੀਰ ਹੋ ਸਕਦੇ ਨੇ। ਫਾਈਨੈਂਸ਼ਲੀ ਵੀ ਜਿਹੜੇ ਲੋਕ ਗਰੀਬ ਨੇ, ਜੇ ਉਹ ਸਿਸਟਮ ਨੂੰ ਸਮਝਣ ਔਰ ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ ਮਿਹਨਤ ਕਰਨ ਤਾਂ ਉਹ ਵੀ ਅਮੀਰ ਹੋ ਸਕਦੇ ਨੇ। ਤਾਂ ਗਰੀਬਾਂ ਨੂੰ, ਅਨਾਥਾਂ ਨੂੰ ਤੇਰਾ ਹੀ ਮਾਣ ਹੈ, ਜਿਨ੍ਹਾਂ ਨੂੰ ਕੋਈ ਵੀ ਸਹਾਰਾ ਨਹੀਂ। ਮੰਨ ਲਓ ਸਾਨੂੰ ਕੋਈ ਸਹਾਰਾ ਨਹੀਂ ਦਿੰਦਾ, ਕੋਈ ਰਿਸ਼ਤੇਦਾਰ, ਸੱਜਣ, ਮਿੱਤਰ ਸਹਾਰਾ ਨਹੀਂ ਦਿੰਦਾ, ਬੇਸਹਾਰਾ ਹਾਂ, ਤਾਂ ਜੋ ਕੁਦਰਤ ਦੇ ਕਾਨੂੰਨ ਨੇ ਉਹ ਸਾਰਿਆਂ ਦੇ ਸਹਾਇਕ ਨੇ। ਜੋ ਕੁਦਰਤ ਦੇ ਬਜਵੇਂ ਨਿਯਮ ਨੇ ਉਹ ਸਾਰਿਆਂ ਦੇ ਸਹਾਇਕ ਨੇ। ਜੇ ਤੁਸੀਂ ਉਹਨਾਂ ਨੂੰ ਸਹੀ ਯੂਜ਼ ਕਰੋਗੇ ਰੱਬੀ ਰਜ਼ਾ ਨੂੰ, ਤਾਂ ਉਹ ਤੁਹਾਡੇ ਸਹਾਇਕ ਬਣਨਗੇ। ਜੋ ਰੱਬੀ ਗੁਣ ਨੇ, ਸਚਾਈ ਹੈ, ਦਇਆ ਹੈ, ਨਿਰਭੈਤਾ, ਨਿਰਵੈਰਤਾ ਹੈ, ਉਹ ਤੁਹਾਡੇ ਆਤਮਿਕ ਜੀਵਨ ਦੇ ਸਹਾਇਕ ਬਣਨਗੇ। ਅਗਲਾ ਬਚਨ ਕਰਦੇ ਨੇ ਸਭ ਕਿਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਜਾਈ ਨਹੀਂ ਪੜਨਾ, ਜਾਈ। ਜਾਈ ਦਾ ਮਤਲਬ ਮੈਂ ਜਾਂਦਾ ਹਾਂ। ਤੇ ਇੱਥੇ ਕੁਦਰਤ ਦਾ ਮਤਲਬ ਹੈ ਤਾਕਤ, ਸ਼ਕਤੀ। ਜਿਵੇਂ ਜਪਜੀ ਸਾਹਿਬ ਵਿੱਚ ਨਾ ਕੁਦਰਤ ਕਵਣ ਕਹਾਂ ਵਿਚਾਰ, ਉੱਥੇ ਵੀ ਕੁਦਰਤ ਦਾ ਮੀਨਿੰਗ ਸ਼ਕਤੀ ਹੈ ਕਿ ਮੇਰੇ ਅੰਦਰ ਇੰਨੀ ਤਾਕਤ ਕਿੱਥੇ ਹੈ ਜੋ ਮੈਂ ਸਾਰੀ ਤੇਰੀ ਸਮੱਗਰ ਵਿਚਾਰ ਕਰ ਸਕਾਂ। ਯਾਨੀ ਮੇਰੇ ਕੋਲ ਇੰਨੀ ਕੋਈ ਤਾਕਤ ਨਹੀਂ ਕਿ ਮੈਂ ਸਾਰੀ ਕੁਦਰਤ ਦਾ, ਕਾਇਨਾਤ ਦਾ ਅੰਤ ਪਾ ਸਕਾਂ। ਤਾਂ ਹੈ ਮੇਰੇ ਪਿਆਰੇ ਪ੍ਰਭੂ, ਸਭ ਕੁਛ ਤੂੰ ਹੈ ਮੇਰੇ ਪਿਆਰੇ। ਸਭ ਕੁਛ ਤੂੰ ਪਸਰਿਆ ਹੋਇਆ ਹੈ, ਪਹਿਲੀ ਗੱਲ। ਦੂਜੇ ਨੰਬਰ ਤੇ ਸਭ ਕੁਛ ਤੂੰ ਕਰ ਰਿਹਾ ਹੈ, ਮਤਲਬ ਤੇਰੇ ਹੁਕਮ ਦੇ ਅੰਦਰ ਸਭ ਕੁਝ ਹੋ ਰਿਹਾ ਹੈ, ਸਿਸਟਮ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ। ਮੈਂ ਤੇਰੀ ਸਮਰੱਥਾ ਤੋਂ, ਤੇਰੀ ਇਸ ਕੁਦਰਤ ਤੋਂ,
तेरी ताकत तो सदके और बलिहार जांदा हां। भाणै उजड़ भाणै राहां। भाणे दा मतलब रजा, लॉ ऑफ नेचर, कुदरत दे बजवें नियम। उजड़ दा मतलब गलत रास्ता ते राह दा मतलब सही रास्ता। प्रभु दी रजा विच ही जीव दी जिंदगी है। इस रजा दे अंदर ही कुछ लोग जीवन दा गलत रास्ता अपना लेंदे ने, भटक जांदे ने, और इस रजा दे अनुसार ही कुछ लोग जीवन दा सही रास्ता अपना लेंदे ने। यानी कई लोग ऐसे ने जो जिंदगी तो भटके हुए ने, जिन्हां दे अंदर इंसानियत नहीं है, सच्चाई नहीं है, विकारां दे विच फसे ने, और कुछ लोग ऐसे ने जिन्हां दे अंदर सच्चाई है, इंसानियत है, बड़ा सफल जीवन जी रहे ने। ये दोवें ही रजा विच ने। रजा दा मतलब कुदरत दे बजवें नियम। ये नियम है कि जे तुसी लोभ मोह आदिक विकार पाप कमाओगे ਤਾਂ ਤੁਹਾਡੇ ਜੀਵਨ ਵਿੱਚ ਦੁਖਾਂਤ ਵਾਪਰਨਗੇ, ਨੇਮ ਹੈ। ਤੇ ਦੂਜਾ ਨਿਯਮ ਇਹ ਹੈ ਕਿ ਜੇ ਤੁਸੀਂ ਸਤ ਸੰਤੋਖ ਨੂੰ ਅਪਣਾਓਗੇ ਤੁਹਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਆ ਜਾਣਗੀਆਂ। ਤੁਹਾਡੇ ਏਮ ਤੱਕ ਇਹ ਜਿਹੜੀ ਹੈ ਤੁਹਾਨੂੰ ਗੁਣ ਲੈ ਜਾਣਗੇ। ਚੋਣ ਤੁਹਾਡੀ ਆਪਣੀ ਹੈ ਕਿ ਚੋਣ ਕਿਸ ਦੀ ਕਰੋਗੇ। ਤਾਂ ਰਜ਼ਾ ਦੇ ਵਿੱਚ ਹੀ ਜ਼ਿੰਦਗੀ ਦਾ ਗਲਤ ਰਾਸਤਾ ਫੜ ਲੈਂਦੇ ਨੇ, ਰਜ਼ਾ ਦੇ ਵਿੱਚ ਹੀ ਜੀਵਨ ਦਾ ਸਹੀ ਰਾਸਤਾ ਫੜਦੇ ਨੇ। ਭਾਣੈ, ਇੱਥੇ ਥੋੜਾ ਰੁਕ ਜਾਣਾ ਹੈ। ਭਾਣੈ ਹਰ ਗੁਣ ਗੁਰਮੁਖ ਗਾਵਾਹਾ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਨੀ ਪੈ ਕੇ, ਗੁਰੂ ਦੀ ਮੱਤ ਦੇ ਧਾਰਨੀ ਹੋ ਕੇ, ਗੁਰੂ ਦੀ ਸੋਚ ਨੂੰ ਅਪਣਾ ਕੇ, ਪ੍ਰਭੂ ਦੀ ਰਜ਼ਾ ਵਿੱਚ, ਕੁਦਰਤ ਦੇ ਇਹਨਾਂ ਬਜਵੇਂ ਨਿਯਮਾਂ ਵਿੱਚ ਕਈ ਜੀਵ ਗੁਰੂ ਦੀ ਸ਼ਰਨ ਪੈ ਕੇ ਤੇ ਰੱਬੀ ਗੁਣ ਗਾਉਂਦੇ ਨੇ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ। यानी जो गुरु की शरणी पै जाते ने, अपनी मत नूं छड्ड के गुरु की मत दे धारनी हो जाते ने, वो रब्बी रजा दे अंदर रहिंदे होए रब्बी गुणां नूं जिंदगी विच इंप्लीमेंट करते ने, रब्बी गुणां नूं अपनांदे ने, सिफत सलाह करते ने। भाणै भरम भवै बहु जूनी, सब किछ तिसै रजाई जियो। इनू रजाई नहीं पढ़ना, रजाई पढ़ांगे तो फिर उत्ते लैण वाली रजाई हो जाएगी। इत्थे जज्जे दे पैर थल्ले बिंदी लानी है, रजाई। रजाई दा मतलब रजा। भाणै भरम, भरम दा मतलब भटकना, भुलेखा। रब्बी रजा विच, कुदरत दे बजवें नेमां अंदर ही बहुत सारे लोग भटकना विच पै के पशु बिरतियां विच पै जांदे ने। पशु बिरतियां, जूनी दा मतलब जूना, पशु बिरतियां। ये मैं गल्लां बहुत बार एक्सप्लेन कर चुका। जिवें असीं जदों बेगाना हक खांदा है ना कोई बंदा, तां उदों वो बंदा बंदे दी जून विच नहीं हुंदा, उदों बंदा कुत्ते दी जून विच हुंदा है। लोभ लहर सब स्वान हल्क है। जदों असीं सप दी तरह फूं फूं करके गुस्से नाल पैने आ, उदों बंदा बंदे दी जून च नहीं हुंदा, उदों सप दी जून च। ਜਦੋਂ ਅਸੀਂ ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਦਿਖਾਉਂਦੇ ਆ, ਉਦੋਂ ਅਸੀਂ ਹਾਥੀ ਦੀ ਜੂਨ ਵਿੱਚ ਹੁੰਦੇ ਆ। ਜਦੋਂ ਅਸੀਂ ਬੇਗਾਨੀ ਨਿੰਦਿਆ ਬਦਖੋਈ ਕਰਦੇ ਆ, ਉਦੋਂ ਅਸੀਂ ਕਾਂ ਦੀ ਜੂਨ ਚ ਹੁੰਦੇ ਆ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਰਜ਼ਾ ਦੇ ਅੰਦਰ ਭਟਕਣਾ ਵਿੱਚ ਪੈ ਕੇ ਬਹੁਤ ਸਾਰੇ ਲੋਕ ਪਸ਼ੂ ਬਿਰਤੀਆਂ ਵਿੱਚ ਪੈ ਰਹਿੰਦੇ ਨੇ। ਸਭ ਕੁਝ ਤਿਸੇ ਰਜ਼ਾਈ ਜੀਓ, ਇਹ ਸਭ ਕੁਝ ਰੱਬੀ ਹੁਕਮ ਦੇ ਅੰਦਰ ਹੈ। ये सब कुछ रब्बी सिस्टम दे अंदर है, ये कुदरती नेमा दे अंदर है, ये नेमा तो बाहर नहीं है। ना को मूर्ख ना को सियाणा अपनी समर्था नाल रब्बी रजा तो बाहर रह के, ना कोई जीव मूर्ख है और ना ही कोई सियाणा है। हुण यह चीज समझण वाली है कि ना मूर्ख ते ना सियाणा, असीं अपनी मर्जी मुताबक ਤਾਂ ਸਿਆਣੇ ਮੂਰਖ ਹੋ ਨਹੀਂ ਸਕਦੇ। ਹੁਣ ਸਿਆਣਾ ਤੇ ਉਹ ਹੀ ਹੈ ਨਾ ਜੋ ਰੱਬੀ ਰਜ਼ਾ ਨੂੰ ਸਮਝੇਗਾ, ਰੱਬੀ ਰਜ਼ਾ ਨੂੰ ਸਹੀ ਢੰਗ ਦੇ ਨਾਲ ਫੋਲੋ ਕਰੇਗਾ, ਉਹਨੂੰ ਅਸੀਂ ਕਵਾਂਗੇ ਇਹ ਬੰਦਾ ਸਿਆਣਾ ਹੈ, ਕਿਉਂਕਿ ਉਹ ਸਮਝ ਰਿਹਾ ਹੈ ਹੁਕਮ ਨੂੰ, ਰਜ਼ਾ ਨੂੰ, ਕਿ ਜੇ ਮੈਂ ਸੱਚ ਬੋਲਾਂਗਾ, ਦਇਆ ਦਾ ਧਾਰਨੀ ਹੋਵਾਂਗਾ ਤਾਂ ਮੇਰਾ ਜੀਵਨ ਠੀਕ ਰਹੇਗਾ। ਉਹ ਅਸਲੀਅਤ ਨੂੰ ਸਮਝ ਰਿਹਾ ਹੈ ਤਾਂ ਇਹ ਰਜ਼ਾ ਹੈ, ਹੁਕਮ ਹੈ, ਕੁਦਰਤੀ ਨਿਯਮ ਹੈ। ਤੇ ਜਿਹੜਾ ਬੰਦਾ ਸੋਚਦਾ ਸਮਝਦਾ ਹੀ ਨਹੀਂ,
ਜੋ ਮਰਜ਼ੀ ਕਰੀ ਜਾਂਦਾ ਹੈ ਤਾਂ ਉਹ ਰਜ਼ਾ ਦੇ ਵਿੱਚ, ਸਿਸਟਮ ਦੇ ਵਿੱਚ ਹੀ ਉਹ ਮੂਰਖ ਬਣ ਜਾਂਦਾ ਹੈ। ਕਿਉਂਕਿ ਜੋ ਕੁਝ ਤੁਸੀਂ ਆਪਣੇ ਅੰਦਰ ਪਾਈ ਜਾਓਗੇ ਵੈਸੇ ਹੀ ਬਣੀ ਜਾਓਗੇ, ਨੈਗੇਟਿਵ ਜਾਂ ਪੋਜ਼ਿਟਿਵ। ਵਰਤੈ ਸਭ ਕੁਛ ਤੇਰਾ ਭਾਣਾ, ਭਾਣਾ ਦਾ ਮਤਲਬ ਹੁਕਮ। ਜਗਤ ਦੇ ਅੰਦਰ ਜੋ ਕੁਝ ਵੀ ਵਰਤ ਰਿਹਾ ਹੈ, ਚੱਲ ਰਿਹਾ ਹੈ, ਇਹ ਤੇਰਾ ਹੁਕਮ ਚੱਲ ਰਿਹਾ ਹੈ। ਤੇ ਹੁਕਮ ਦਾ ਮਤਲਬ ਆਰਡਰ ਨਹੀਂ ਹੈ, ਹੁਕਮ ਦਾ ਮਤਲਬ ਸਿਸਟਮ ਹੈ, ਹੁਕਮ ਦਾ ਮਤਲਬ ਲਾ ਆਫ ਨੇਚਰ ਹੈ, ਹੁਕਮ ਦਾ ਮਤਲਬ ਕੁਦਰਤ ਦੇ ਨਿਯਮ ਨੇ ਕਿ हे ਪ੍ਰਭੂ ਜੋ ਕੁਝ ਵੀ ਚੱਲ ਰਿਹਾ ਹੈ ਉਹ ਸਭ ਤੇਰੇ ਕੁਦਰਤ ਦੇ ਬਜਵੇਂ ਨੇਮਾਂ ਵਿੱਚ ਚੱਲ ਰਿਹਾ ਹੈ। ਅਗੰਮ ਅਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਅਗੰਮ ਦਾ ਮਤਲਬ ਜੋ ਅਪਹੁੰਚ ਹੈ, ਸਾਡੀ ਪਹੁੰਚ ਵਿੱਚ ਨਹੀਂ। ਅਗੋਚਰ ਦਾ ਮਤਲਬ ਜੋ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦਾ ਵਿਸ਼ਾ ਨਹੀਂ। ਬੇਅੰਤ ਦਾ ਮਤਲਬ ਅੰਤ ਜਿਹਦਾ ਨਹੀਂ ਪਾਇਆ ਜਾਂਦਾ। ਅਥਾਹ ਦਾ ਮਤਲਬ ਜਿਹਦੀ ਡੂੰਘਾਈ ਨਾ ਲੱਭੀ ਜਾ ਸਕੇ। ਹੇ ਅਪਹੁੰਚ, ਹੇ ਇੰਦਰੀਆਂ ਦੀ ਪਹੁੰਚ ਤੋਂ ਪਰੇ, ਹੇ ਬੇਅੰਤ ਪ੍ਰਭੂ, ਹੇ ਅਥਾਹ ਪ੍ਰਭੂ, ਤੇਰੀ ਕੀਮਤ ਨਹੀਂ ਕਹੀ ਜਾ ਸਕਦੀ ਕਿ ਰੱਬ ਦੀ ਕੀਮਤ ਇੰਨੀ ਹੈ, ਰੱਬ ਦੀ ਕੁਦਰਤ ਦੀ ਕੀਮਤ ਇੰਨੀ ਹੈ। ਤੇਰਾ ਅੰਤ ਨਹੀਂ ਪਾਇਆ ਜਾਂਦਾ, ਤੈਨੂੰ ਕਿਸੇ ਕੀਮਤ ਨਾਲ ਨਹੀਂ ਖਰੀਦਿਆ ਜਾ ਸਕਦਾ, ਤੇਰੇ ਬਰਾਬਰ ਦੀ ਕੋਈ ਸ਼ੈ ਨਹੀਂ ਦੱਸੀ ਜਾ ਸਕਦੀ। ਮਤਲਬ ਤੂੰ ਕੀਮਤ ਤੋਂ ਰਹਿਤ ਹੈ, ਕਿਸੇ ਕੀਮਤ ਨਾਲ ਤੈਨੂੰ ਖਰੀਦਿਆ ਨਹੀਂ ਜਾ ਸਕਦਾ, ਪਾਇਆ ਨਹੀਂ ਜਾ ਸਕਦਾ, ਤੂੰ ਅਨੰਤ ਅਨੰਤ ਹੈ। ਖਾਕ ਸੰਤਨ ਕੀ ਦੇਹ ਪਿਆਰੇ, ਖਾਕ ਦਾ ਮਤਲਬ ਚਰਨ ਧੂੜ, ਸੰਤਨ ਦਾ ਮਤਲਬ ਜੋ ਸਚਿਆਰ ਪੁਰਸ਼ ਨੇ, ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ। ਸੰਤਨ ਦਾ ਮਤਲਬ ਚੋਲਿਆਂ ਵਾਲੇ ਬਾਬੇ ਨਹੀਂ, ਸੰਤਨ ਦਾ ਮਤਲਬ ਜਿਹੜੇ ਸਚਿਆਰ ਨੇ। ਕਿ हे ਪ੍ਰਭੂ ਰਹਿਮਤ ਕਰ, ਮੈਨੂੰ ਆਪਣੇ ਪਿਆਰਿਆਂ ਦੀ, ਸਚਿਆਰ ਪੁਰਸ਼ਾਂ ਦੀ ਚਰਨਾਂ ਦੀ ਧੂੜ ਦੇ, ਯਾਨੀ ਮੈਂ ਵੀ ਉਹਨਾਂ ਰਾਹਾਂ ਤੇ ਚੱਲ ਸਕਾਂ ਜਿਨ੍ਹਾਂ ਰਾਹਾਂ ਤੇ ਸਚਿਆਰ ਪੁਰਸ਼ ਚੱਲਦੇ ਨੇ, ਮੈਂ ਨਿਮਰਤਾ ਦੇ ਨਾਲ ਉਹਨਾਂ ਦੀ ਸੰਗਤ ਕਰ ਸਕਾਂ। ਆਏ ਪਿਆ ਹਰ ਤੇਰੇ ਦੁਆਰੇ, हे ਹਰੀ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਤਾਂ ਅਸੀਂ ਰੱਬੀ ਸ਼ਰਨ ਵਿੱਚ ਆਉਣਾ ਹੈ, ਹੁਕਮ ਦੇ ਅੰਦਰ ਚੱਲਣਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ। ਇਸੇ ਨੂੰ ਰੱਬ ਦੇ ਦਰ ਤੇ ਡਿੱਗਣਾ ਕਹਿੰਦੇ ਨੇ। ਪਰ ਆਮ ਬੰਦਾ ਜਿਹੜਾ ਨਾ ਉਹ ਭੁੱਲ ਕਰ ਰਿਹਾ ਹੈ, ਉਹ ਕੋਈ ਤੇ ਬਾਬਿਆਂ ਦੇ ਡੇਰਿਆਂ ਤੇ ਜਾ ਕੇ ਡਿੱਗਦਾ ਪਿਆ, ਕੋਈ ਕਬਰਾਂ ਤੇ, ਕੋਈ ਮੜੀਆਂ ਤੇ, ਕੋਈ ਪੀਰਾਂ ਤੇ, ਕੋਈ ਜੋਤਸ਼ੀਆਂ ਕੋਲ, ਕੋਈ ਪੁੱਛਣਾ ਦੇਣ ਵਾਲਿਆਂ ਕੋਲ, ਕੋਈ ਭੂਤ ਪ੍ਰੇਤਾਂ ਵਾਲਿਆਂ ਕੋਲ, ਕੋਈ ਵਰਤਾਂ ਰਾਤਿਆਂ ਸਰਾਧਾਂ ਦੇ ਚੱਕਰ ਦੇ ਵਿੱਚ ਪਿਆ ਹੋਇਆ ਨਾ। ਕਿੰਨੇ ਦਰਾਂ ਤੇ ਲੋਕ ਡਿੱਗਦੇ ਫਿਰਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਮੈਂ ਤੇਰੇ ਦਰ ਤੇ ਆਇਆ, ਮਤਲਬ ਮੈਂ ਤੇਰੀ ਰਜ਼ਾ ਵਿੱਚ ਤੁਰਦਾ ਹਾਂ। ਦਰਸ਼ਨ ਪੇਖਤ ਮਨ ਆਘਾਵੇ, ਨਾਨਕ ਮਿਲਨ ਸੁਭਾਈ ਜੀਓ। ਇੱਥੇ ਸੁਭਾਈ ਦਾ ਮਤਲਬ ਹੈਗਾ ਰਜ਼ਾ। ਦਰਸ਼ਨ ਪੇਖਤ, ਪੇਖਤ ਦਾ ਮਤਲਬ ਜਦੋਂ ਮੈਂ ਵੇਖਦਾ ਹਾਂ, ਵੇਖਦਿਆਂ। ਆਘਾਵੇ ਦਾ ਮਤਲਬ ਰੱਜ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਕਿ हे ਪ੍ਰਭੂ ਤੇਰਾ ਦਰਸ਼ਨ ਕੀਤਿਆਂ ਮਨ ਦੁਨਿਆਵੀ ਪਦਾਰਥਾਂ ਵੱਲੋਂ, ਵਿਕਾਰਾਂ ਵੱਲੋਂ ਰੱਜ ਜਾਂਦਾ ਹੈ। ਜਦੋਂ ਅਸੀਂ ਰੱਬ ਦਾ ਦਰਸ਼ਨ ਕਰਦੇ ਹਾਂ ਨਾ, ਉਦੋਂ ਮਨ ਤ੍ਰਿਪਤ ਹੋ ਜਾਂਦਾ ਹੈ, ਉਦੋਂ ਮਨ ਦੀਆਂ ਮੰਗਾਂ ਖਤਮ ਹੋ ਜਾਂਦੀਆਂ ਨੇ। ਔਰ ਹਕੀਕਤ ਹੈ, ਹੁਣ ਰੱਬ ਦਾ ਦਰਸ਼ਨ ਜਿਵੇਂ ਲੋਕਾਂ ਨੇ ਐਕਸਪਲੇਨ ਕੀਤਾ ਉਹ ਨਹੀਂ ਕਿ ਤੁਹਾਡੇ ਦਿਮਾਗ ਦੇ ਵਿੱਚ ਕੋਈ ਜੋਤ ਜਗੇਗੀ, ਜਾਂ ਜਿਵੇਂ ਧੰਨੇ ਨੇ ਪੱਥਰ ਪੂਜਿਆ ਤੇ ਵਿੱਚੋਂ ਰੱਬ ਨਿਕਲਿਆ। ਉਹਦੀ ਗੱਲ ਨਹੀਂ ਹੋ ਰਹੀ ਇੱਥੇ। ਦਰਸ਼ਨ ਕਰਨਾ ਹੈ ਇਸ ਕੁਦਰਤ ਚੋਂ, ਦਰਸ਼ਨ ਕਰਨਾ ਹੈ ਇਨਸਾਨਾਂ ਚੋਂ, ਕੁਦਰਤ ਦੇ ਜ਼ਰਰੇ ਜ਼ਰਰੇ ਚੋਂ। ਜਦੋਂ ਤੁਸੀਂ ਦਰਸ਼ਨ ਕਰੋਗੇ ਨਾ, ਗੁਰੂ ਨਾਨਕ ਦੇਵ ਦੇ ਨਜ਼ਰੀਏ ਨਾਲ ਇਸ ਸੰਸਾਰ ਨੂੰ ਵੇਖੋਗੇ, ਤਾਂ ਵਾਸਤਵ ਦੇ ਅੰਦਰ ਆਨੰਦਮਈ ਜੀਵਨ ਬਣ ਜਾਏਗਾ। ਹੁਣ ਦੇਖੋ ਗੁਰੂ ਜੀ ਦਰਸ਼ਨ ਕਰਦੇ ਨੇ। ਅਸੀਂ ਆਸਾ ਕੀ ਵਾਰ ਵਿੱਚ ਇਹ ਵਿਚਾਰਾਂ ਖੁੱਲ ਕੇ ਵਿਚਾਰੀਆਂ ਸੀ ਕਿ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਕਿ हे ਪ੍ਰਭੂ ਜਦੋਂ ਮੈਂ ਤੇਰੇ ਇਸ ਸੰਸਾਰ ਦੀ ਕਿਸੇ ਨਿੱਕੀ ਤੋਂ ਨਿੱਕੀ ਸ਼ੈ ਨੂੰ ਵੇਖਦਾ ਹਾਂ ਤਾਂ ਮੈਂ ਹੈਰਾਨ ਹੋ ਜਾਂਦਾ ਹਾਂ, ਵਿਸਮਾਦ ਵਿੱਚ ਚਲਾ ਜਾਂਦਾ। ਜਿਵੇਂ ਮੰਨ ਲਓ ਵਿਸਮਾਦ ਨਾਦ ਆਵਾਜ਼ ਹੈ। ਹੁਣ ਆਵਾਜ਼ ਤੁਸੀਂ ਵੀ ਬੋਲ ਰਹੇ ਹੋ, ਮੈਂ ਵੀ ਬੋਲ ਰਿਹਾ, ਕਿੰਨੀਆਂ ਆਵਾਜ਼ਾਂ ਅਸੀਂ ਸੁਣਨੇ ਆ, ਪਰ ਅਸੀਂ ਵਿਸਮਾਦ ਵਿੱਚ ਨਹੀਂ ਗਏ ਕਦੇ।
ਅਸੀਂ ਇਸ ਆਵਾਜ਼ ਨੂੰ ਵੇਖ ਕੇ ਵੰਡਰਫੁਲ ਜੋ ਆਸ਼ਚर्यजनक हैरानीजनक अवस्था है ਉਹਦੇ ਵਿੱਚ ਨਹੀਂ ਗਏ। ਪਰ ਧਿਆਨ ਦਿਓ, ਆਵਾਜ਼ ਮੇਰੀ ਤੁਹਾਡੇ ਨਾਲ, ਦੂਜੇ ਦੀ ਤੀਜੇ ਨਾਲ, ਚੌਥੇ ਦੀ ਪੰਜਵੇਂ ਨਾਲ, ਇੱਕ ਇਨਸਾਨ ਦੀ ਆਵਾਜ਼ ਦੂਜੇ ਨਾਲ ਨਹੀਂ ਮਿਲਦੀ। ਕਿੰਨੀਆਂ ਆਵਾਜ਼ਾਂ ਨੇ, ਕਿੰਨੀਆਂ ਚਿੜੀਆਂ, ਕਾਂ, ਕਬੂਤਰ, ਜੀਵ ਜੰਤ ਨੇ, ਬੰਦੇ ਨੇ, ਇਸਤਰੀਆਂ, ਪੁਰਸ਼ ਨੇ, ਇੰਨੀਆਂ ਆਵਾਜ਼ਾਂ ਕਿਵੇਂ ਪੈਦਾ ਹੋ? ਫਿਰ ਇਹ ਆਵਾਜ਼ ਦੀ ਕਿੰਨੀ ਵੱਡੀ ਕਰਾਮਾਤ ਹੈ। ਸਾਡੀ ਆਵਾਜ਼, ਸਾਡੀ ਬੋਲ ਬਾਣੀ ਰਿਸ਼ਤਿਆਂ ਨੂੰ ਤੋੜ ਦਿੰਦੀ ਹੈ ਤੇ ਸਾਡੀ ਬੋਲ ਬਾਣੀ ਹੀ ਰਿਸ਼ਤਿਆਂ ਨੂੰ ਜੋੜ ਦਿੰਦੀ ਹੈ। ਕੁਝ ਲੋਕਾਂ ਦੀ ਆਵਾਜ਼, ਕੁਝ ਲੋਕਾਂ ਦੇ ਬੋਲ ਉਸ ਚਿੱਠੀ ਵਰਗੇ ਹੁੰਦੇ ਨੇ ਜਿਹਨੂੰ ਬਾਰ-ਬਾਰ ਪੜ੍ਹਨ ਤੇ ਜੀ ਕਰਦਾ। ਕੁਝ ਲੋਕਾਂ ਦੇ ਬੋਲ ਇੰਨੇ ਪਿਆਰੇ, ਮਿੱਠੇ, ਪੋਜ਼ਿਟਿਵ, ਸਕਾਰਾਤਮਕ ਹੁੰਦੇ ਨੇ, ਉਹ ਦੂਰ ਬੈਠੇ ਵੀ ਨੇੜੇ ਭਾਸਦੇ ਨੇ। ਕੁਝ ਲੋਕਾਂ ਦੇ ਬੋਲ ਇੰਨੇ ਪਿਆਰੇ ਹੁੰਦੇ ਨੇ ਕਿ ਉਹਨਾਂ ਦੇ ਬੋਲਾਂ ਨੂੰ ਸੁਣ ਕੇ ਸਦਾ ਲਈ ਉਹ ਸਾਡੇ ਦਿਲ ਵਿੱਚ ਉਤਰ ਜਾਂਦੇ ਨੇ, ਉਹ ਸਾਡੇ ਤੇ ਅਸੀਂ ਉਹਨਾਂ ਦੇ ਹੋ ਜਾਂਦੇ ਹਾਂ। ਕੁਝ ਲੋਕਾਂ ਦੇ ਬੋਲ ਇੰਨੇ ਪਿਆਰੇ ਹੁੰਦੇ ਨੇ ਕਿ ਬੇਗਾਨੇ ਹੁੰਦੇ ਵੀ ਉਹ ਆਪਣੇ ਜਾਪਦੇ ਨੇ, ਤੇ ਬਾਕੀ ਬੋਲਾਂ ਬਾਰੇ ਤੁਹਾਨੂੰ ਪਤਾ ਹੀ, ਉਹ ਤੇ ਐਕਸਪਲੇਨ ਕਰਨ ਦੀ ਲੋੜ ਨਹੀਂ ਨਾ, ਆਵਾਜ਼ ਹੀ ਹੈ। ਆਵਾਜ਼ ਨੂੰ ਵੇਖ ਲਓ, ਤੁਸੀਂ ਕਿਸੇ ਫੁੱਲ ਨੂੰ ਦੇਖ ਲਓ, ਇੱਕ ਹੀ ਧਰਤੀ ਚੋਂ ਕਿੰਨੇ ਰੰਗਾਂ ਕਿਸਮਾਂ ਦੇ ਫੁੱਲ ਪੈਦਾ ਹੋ ਰਹੇ ਨੇ। ਧਰਤੀ ਇੱਕੋ ਹੀ ਹੈ, 20,000 ਕਿਸਮ ਦੇ ਸੇਬ ਨੇ, ਸੇਬਾਂ ਦੀਆਂ ਜੋ ਕਿਸਮਾਂ ਨੇ 20,000 ਨੇ। ਜੇ ਤੁਸੀਂ ਇੱਕ ਕਿਸਮ ਖਾਓ ਨਾ ਸੇਬ ਦੀ ਕੁਆਲਿਟੀ, ਅੱਜ ਇੱਕ, ਦੂਜੀ ਕਿਸਮ ਕੱਲ, 20,000 ਦਿਨ ਲੱਗਣਗੇ। ਇਹ ਤਾਂ ਸਿਰਫ ਸੇਬਾਂ ਦੀ ਗੱਲ ਹੈ। ਮਤਲਬ ਕਿ ਜਦੋਂ ਮੈਂ ਇਸ ਸੰਸਾਰ ਨੂੰ ਵੇਖਣਾ ਤਾਂ ਮੇਰਾ ਮਨ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਸਾਨੂੰ ਇਹ ਸੰਸਾਰ ਦੁੱਖਾਂ ਭਰਿਆ ਦਿਸਦਾ ਹੈ, ਪਰ ਗੁਰੂ ਨਾਨਕ ਨੂੰ ਇਹ ਸੰਸਾਰ ਆਰਤੀ ਕਰਦਾ ਹੋਇਆ ਦਿਸ ਰਿਹਾ ਹੈ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ ਨਜ਼ਰੀ ਆ ਰਿਹਾ ਹੈ, ਸਭੈ ਘਟ ਰਾਮ ਬੋਲੇ ਨਜ਼ਰੀ ਆ ਰਿਹਾ ਹੈ। ਹੇ ਮਾਲਕ, ਜਦੋਂ ਮੈਂ ਤੇਰੇ ਇਸ ਸੰਸਾਰ ਵਿੱਚ ਦਰਸ਼ਨ ਕਰਨਾ, ਇਸ ਸੰਸਾਰ ਰੂਪ ਵਿੱਚ ਮੈਂ ਤੈਨੂੰ ਵੇਖਣਾ, ਮੇਰਾ ਮਨ ਤ੍ਰਿਪਤ ਹੋ ਜਾਂਦਾ ਹੈ। ਤ੍ਰਿਪਤ ਕਿਵੇਂ ਹੋ ਜਾਂਦਾ ਹੈ? ਮੈਨੂੰ ਸਮਝ ਆ ਜਾਂਦੀ ਹੈ ਕਿ ਇਹ ਦੁਨੀਆ ਵਿੱਚ ਤਾਂ ਕੋਈ ਕਮੀ ਹੈ ਹੀ ਨਹੀਂ। ਇੱਥੇ ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਖੁਸ਼ੀਆਂ ਮਾਣਨ ਵਾਸਤੇ ਹਰ ਸ਼ੈ ਹੈ। ਇੱਥੇ ਤਾਂ ਅਨੰਤ ਖੰਡ ਮੰਡਲ ਬ੍ਰਹਿਮੰਡ ਨੇ। ਹਰ ਜੀਵ ਦੇ ਅੰਦਰ ਰੱਬ ਆਪ ਵਸ ਰਿਹਾ ਹੈ। ਮੈਂ ਰੱਬ ਵਰਗਾ ਹੋ ਸਕਦਾ, ਹਰ ਜੀਵ ਰੱਬ ਵਰਗਾ ਹੋ ਸਕਦਾ, ਮੇਰਾ ਮਨ ਹੀ ਤ੍ਰਿਪਤ ਹੋ ਜਾਂਦਾ ਹੈ। ਨਾਨਕ ਮਿਲਣ ਸੁਭਾਈ ਜੀਓ, ਹੇ ਮਾਲਕ ਤੇਰੀ ਰਜ਼ਾ ਦੇ ਅੰਦਰ ਤੁਰਿਆ ਤੇਰੇ ਵਿੱਚ ਮਿਲ ਪਈਦਾ, ਤੇਰੇ ਵਿੱਚ ਮਿਲ ਜਾਈਦਾ। ਜਿਹੜਾ ਇਨਸਾਨ ਰੱਬੀ ਰਜ਼ਾ ਵਿੱਚ ਤੁਰਦਾ ਫਿਰ ਉਹ ਉਸੇ ਦਾ ਰੂਪ ਹੋ ਜਾਂਦਾ ਹੈ, ਉਹਦੇ ਵਿੱਚ ਹੀ ਮਿਲ ਜਾਂਦਾ ਹੈ। ਮਾਝ ਮਹਿਲਾ ਪੰਜਵਾਂ। ਦੁੱਖ ਤਦੇ ਜਾਂ ਵਿਸਰ ਜਾਵੇ। ਇਸ ਦੁਨੀਆ ਵਿੱਚ ਦੁੱਖ ਨਹੀਂ ਹੈ, ਯਾਦ ਰੱਖਣਾ। ਰੱਬ ਨੇ, ਕੁਦਰਤ ਨੇ ਦੁਨੀਆ ਵਿੱਚ ਦੁੱਖ ਪੈਦਾ ਨਹੀਂ ਕੀਤੇ। ਇੱਥੇ ਸੁੱਖ ਹੀ ਸੁੱਖ ਨੇ, ਇੱਥੇ ਸੁੱਖਾਂ ਦੇ ਸਾਧਨ ਨੇ। ਰੱਬ ਨੇ ਦੁੱਖ ਪੈਦਾ ਨਹੀਂ ਕੀਤੇ, ਲੇਕਿਨ ਦੁੱਖ ਪੈਦਾ ਕਿਉਂ ਹੋ ਜਾਂਦੇ ਨੇ? ਦੁੱਖ ਤਦੇ ਜਾਂ ਵਿਸਰ ਜਾਵੇ, ਜਦੋਂ ਰੱਬ ਵਿਸਰ ਜਾਂਦਾ ਨਾ ਉਦੋਂ ਦੁੱਖ ਪੈਦਾ ਹੋ ਜਾਂਦੇ ਨੇ। ਹੁਣ ਰੱਬ ਵਿਸਰਨ ਦਾ ਮਤਲਬ ਰੱਬ ਦੇ ਗੁਣ। ਜਦੋਂ ਸਾਨੂੰ ਗੁਣ ਭੁੱਲ ਜਾਂਦੇ ਨੇ, ਜਦੋਂ ਕੁਦਰਤ ਦੇ ਬਚਵੇਂ ਨਿਯਮ ਭੁੱਲ ਜਾਂਦੇ ਨੇ, ਉਦੋਂ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋ ਜਾਂਦਾ ਹੈ। ਤੁਸੀਂ ਸੱਚ ਨੂੰ ਭੁੱਲ ਜਾਓ, ਦਇਆ ਨੂੰ ਭੁੱਲ ਜਾਓ, ਤਾਂ ਤੁਹਾਡੀ ਜ਼ਿੰਦਗੀ ਅੰਦਰ ਦੁੱਖ ਪੈਦਾ ਹੋ ਜਾਣਗੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁਵਿਧ ਧਾਵੈ। ਧਾਵੈ ਦਾ ਮਤਲਬ ਦੌੜਦਾ। ਭੁੱਖ ਵਿਆਪੇ ਦਾ ਮਤਲਬ ਭੁੱਖ ਵਿਆਪ ਜਾਂਦੀ ਹੈ, ਤ੍ਰਿਸ਼ਨਾ ਵਿਆਪ ਜਾਂਦੀ ਹੈ, ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ। ਬਹੁਵਿਧ ਦਾ ਮਤਲਬ ਕਈ ਤਰੀਕਿਆਂ ਦੇ ਨਾਲ। ਜਦੋਂ ਬੰਦਾ ਰੱਬੀ ਹੁਕਮ ਸਿਸਟਮ ਨੂੰ ਭੁੱਲ ਜਾਂਦਾ ਹੈ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਚੋਂ ਪਾਸੇ ਕਰ ਦਿੰਦਾ ਹੈ, ਤਾਂ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ। ਫਿਰ ਜੀਵ ਕਈ ਢੰਗਾਂ ਦੇ ਨਾਲ ਇਸ ਦੁਨੀਆ ਦੇ ਅੰਦਰ ਭਟਕਦਾ ਹੈ। ਏਮਲੈਸ ਉਹਦੀ ਜ਼ਿੰਦਗੀ ਹੋ ਜਾਂਦੀ ਹੈ ਔਰ ਉਹ ਆਪਣੇ ਗੋਲ ਤੇ ਨਹੀਂ ਪਹੁੰਚਦਾ। ਲੇਕਿਨ ਸਾਰੇ ਐਸੇ ਨਹੀਂ ਹਨ। ਜੇ ਕੋਈ ਸੁਖੀ ਔਰ ਸ਼ਾਂਤ ਹੋਣਾ ਚਾਹੁੰਦਾ ਹੈ ਤਾਂ ਗੁਰੂ ਦੀ ਢੰਗ ਦੱਸ ਰਹੇ ਨੇ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਇਆਲਾ ਜੀਓ। ਦੀਨ ਦਇਆਲਾ ਦਾ ਮਤਲਬ ਦੀਨਾਂ ਤੇ ਦਇਆ ਕਰਨ ਵਾਲਾ। ਸਿਮਰਤ ਦਾ ਮਤਲਬ ਜੋ ਯਾਦ ਰੱਖਦੇ ਨੇ। ਨਾਮ ਦਾ ਮਤਲਬ ਰੱਬੀ ਗੁਣ।
ਨਿਰਭੈਤਾ, ਨਿਰਵੈਰਤਾ, ਦਇਆ, ਸੱਚਾਈ, ਪਿਆਰ, ਮੁਹੱਬਤ, ਜਿਹੜੇ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ, ਸਦਾ ਸੁਹੇਲਾ ਦਾ ਮਤਲਬ ਉਹ ਬੰਦਾ ਸਦਾ ਸੁਖੀ ਹੈ। ਤਾਂ ਜੇ ਕੋਈ ਇਨਸਾਨ ਸੁਖੀ ਹੋਣਾ ਚਾਹੁੰਦਾ ਹੈ ਤਾਂ ਉਸ ਇਨਸਾਨ ਨੂੰ ਚਾਹੀਦਾ ਹੈ ਉਹ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰੇ। ਪਰ ਇਹ ਰੱਬੀ ਗੁਣਾਂ ਵਾਲੀ ਜ਼ਿੰਦਗੀ ਮਿਲਦੀ ਕਿਹਨੂੰ ਹੈ? ਜਿਸ ਦੇਵੈ ਦੀਨ ਦਇਆਲਾ ਜੀਓ, ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਪ੍ਰਭੂ ਜਿਨ੍ਹਾਂ ਨੂੰ ਐਸੀ ਜ਼ਿੰਦਗੀ ਦਿੰਦਾ ਹੈ, ਗੁਣਾਂ ਨੂੰ ਇੰਪਲੀਮੈਂਟ ਕਰਨਾ ਬਖਸ਼ਦਾ ਹੈ, ਉਹ ਜੀਵਨ ਵਿੱਚ ਸੁਖੀ ਹੋ ਜਾਂਦੇ ਨੇ। ਤੇ ਰੱਬ ਕਿਹਨੂੰ ਦੇਵੇਗਾ? ਕਿਉਂਕਿ ਸਾਡੇ ਅੰਦਰ ਫਿਰ ਕਨਫਿਊਜ਼ਨ ਨਾ ਰਹਿ ਜਾਏ। ਰੱਬ ਕਿਹਨੂੰ ਦੇਵੇਗਾ? ਜੋ ਰੱਬ ਤੋਂ ਲੈਣਾ ਚਾਹੇਗਾ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਦਾਤੇ ਨੇ ਆਪਣੇ ਹੁਕਮ ਦੇ ਅੰਦਰ ਹਰ ਦਾਤ ਰੱਖੀ ਹੋਈ ਹੈ। ਜਿਹਨੂੰ ਜਿਹੜੀ ਦਾਤ ਪਾਉਂਦੀ ਹੈ ਉਹਨੂੰ ਉਹ ਦਾਤ ਦੇ ਦਿੰਦਾ ਹੈ। ਜੇ ਤੁਸੀਂ ਸੱਚ ਬੋਲਣਾ ਚਾਹੋ ਤਾਂ ਰੱਬ ਨੇ ਕਦੇ ਆਣ ਕੇ ਕਿਹਾ ਵੀ ਤੂੰ ਸੱਚ ਨਹੀਂ ਬੋਲ ਸਕਦਾ। ਤੁਸੀਂ ਪਿਆਰ ਨਾਲ ਰਹਿਣਾ ਚਾਹੋ ਤੇ ਰੱਬ ਨੇ ਕਦੇ ਕਿਹਾ ਵੀ ਪਿਆਰ ਨਾਲ ਨਹੀਂ ਰਹਿ ਸਕਦੇ। ਜਿਹਨੂੰ ਸੱਚ ਚਾਹੀਦਾ ਹੈ, ਪਿਆਰ ਚਾਹੀਦਾ ਹੈ, ਦਇਆ ਚਾਹੀਦਾ ਹੈ, ਉਹ ਇਹਨਾਂ ਨੂੰ ਯੂਜ਼ ਕਰ ਲੈ, ਰੱਬ ਉਹਨਾਂ ਨੂੰ ਦੇ ਦਿੰਦਾ। ਤੇ ਜੇ ਕੋਈ ਚਾਹੇ ਕਿ ਮੈਂ ਸ਼ਰਾਬ ਪੀਣੀ ਹੈ, ਮੈਂ ਤੇ ਆਪਣੀਆਂ ਕਿਡਨੀਆਂ ਦਾ ਨਾਸ ਮਾਰਨਾ ਹੈ, ਤੇ ਉਹ ਸ਼ਰਾਬ ਪੀ ਲਵੇ, ਕਿਡਨੀਆਂ ਦਾ ਨਾਸ ਮਾਰ ਲਵੇ। ਉਹ ਲੜਦਾ ਰਵੇ। ਜਿਹੜਾ ਚੀਜ਼ ਤੁਸੀਂ ਚਾਹੁੰਦੇ ਹੋ ਤੁਹਾਨੂੰ ਅੰਦਰੋਂ ਮਿਲ ਜਾਣੀ ਹੈ। ਤੁਹਾਡੇ ਅੰਦਰ ਸਾਰਾ ਕੁਝ ਪਿਆ ਹੋਇਆ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ ਉਹ ਹਮੇਸ਼ਾ ਸੁਖੀ ਔਰ ਸ਼ਾਂਤ ਰਹਿੰਦੇ ਨੇ। ਜੋ ਰੱਬੀ ਰਜ਼ਾ ਵਿੱਚ ਆਉਂਦੇ ਨੇ, ਦੀਨਾਂ ਤੇ ਦਇਆ ਕਰਨ ਵਾਲਾ, ਉਹਨਾਂ ਇਨਸਾਨਾਂ ਨੂੰ ਇਹ ਰੱਬੀ ਗੁਣਾਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਸਤਿਗੁਰ ਮੇਰਾ ਵੱਡ ਸਮਰੱਥਾ। ਵੱਡ ਸਮਰੱਥਾ ਦਾ ਮਤਲਬ ਵੱਡੀ ਤਾਕਤ ਵਾਲਾ। ਗੁਰੂ ਜੀ ਕਹਿੰਦੇ ਨੇ ਮੇਰਾ ਸਤਿਗੁਰ ਬਹੁਤ ਵੱਡੀ ਸਮਰੱਥਾ ਵਾਲਾ ਹੈ। ਔਰ ਹਕੀਕਤ ਹੈ। ਸਾਡੇ ਵਾਸਤੇ ਹੁਕਮ ਹੈ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਗੁਰੂ ਬੜੀ ਸਮਰੱਥਾ ਵਾਲਾ ਹੈ। ਗੁਰੂ ਦਾ ਗਿਆਨ ਬੜੀ ਵੱਡੀ ਤਾਕਤ ਵਾਲਾ ਹੈ। ਕੋਈ ਐਸੀ ਸ਼ੈ ਨਹੀਂ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਤੁਸੀਂ ਨਹੀਂ ਪਾ ਸਕਦੇ। ਗੁਰੂ ਜੀ ਸਾਨੂੰ ਸਮਝਾਉਂਦੇ ਨੇ ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ। ਗੁਰੂ ਜੀ ਸਾਨੂੰ ਕਹਿੰਦੇ ਨੇ ਆਗਾ ਹੂੰ ਕੂਤਰਾਗ ਪਿੱਛਾ, ਆਗਾ ਹੂੰ ਕੂਤਰਾਗ ਪਿੱਛਾ ਫੇਰ ਨਾ ਮੋਟੜਾ, ਨਾਨਕ ਸਿਜ ਇਵੇ ਹਵਾਰ ਬਹੁਤ ਨਾ ਹੋਵੀ ਜਨਮੜਾ। ਤਾਂ ਮੇਰਾ ਗੁਰੂ ਬਹੁਤ ਸਮਰੱਥਾ ਵਾਲਾ ਹੈ, ਤਾਕਤ ਵਾਲਾ ਹੈ। ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਇਹਨੂੰ ਸੰਭਾਲੀ ਪੜਨਾ ਹੈ। ਸੰਭਾਲੀ ਬਿੰਦੀ ਲਗਾ ਕੇ, ਮੰਮੇ ਥੱਲੇ ਅੱਧਾ ਹਾ, ਸੰਭਾਲੀ ਮੈਂ ਸੰਭਾਲਦਾ ਹਾਂ। ਜਦੋਂ ਮੈਂ ਗੁਰੂ ਦੇ ਵਿਚਾਰਾਂ ਨੂੰ ਆਪਣੇ ਮਨ ਦੇ ਅੰਦਰ ਸੰਭਾਲਦਾ ਹਾਂ, ਮਤਲਬ ਆਪਣੇ ਮਨ ਵਿੱਚ ਵਸਾਉਂਦਾ ਹਾਂ, ਤਾਂ ਸਭ ਦੁੱਖ ਲੱਥਾ, ਮੇਰਾ ਸਾਰਾ ਦੁੱਖ ਲੈ ਜਾਂਦਾ ਹੈ। ਇੰਨੀ ਸਮਰੱਥਾ ਵਾਲਾ ਹੈ ਮੇਰਾ ਗੁਰੂ, ਮੇਰੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ। ਪਰ ਕਦੋਂ? ਜਦੋਂ ਮੈਂ ਗੁਰੂ ਦੀ ਫਿਲਾਸਫੀ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਆਪਣੀ ਸੋਚ ਦੇ ਅੰਦਰ ਵਸਾਉਂਦਾ ਹਾਂ, ਯਾਨੀ ਇਹਨਾਂ ਗੁਣਾਂ ਨੂੰ ਮੈਂ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ, ਤਾਂ ਮੇਰੇ ਸਾਰੇ ਦੁੱਖ ਲੈ ਜਾਂਦੇ ਨੇ। ਹੁਣ ਦੇਖੋ ਗੁਰੂ ਜੀ ਕਹਿੰਦੇ ਨੇ ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਤੋਏ। ਪੂਰੀ ਦੁਨੀਆ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੈ ਸੱਚ ਬੋਲਣਾ, ਸੱਚ ਸੁਣਨਾ, ਸੱਚ ਕਮਾਣਾ। ਜੇ ਅੱਜ ਦੁਨੀਆ ਦੇ ਲੋਕ ਸੱਚ ਨਾਲ ਜੁੜ ਜਾਣ ਤਾਂ ਰਿਸ਼ਵਤਖੋਰੀ, ਚੋਰ ਬਾਜ਼ਾਰੀ, 2 ਨੰਬਰ ਦੇ ਧੰਦੇ, ਇਹ ਸਭ ਖਤਮ ਹੋ ਜਾਣਗੇ। ਕਿਉਂਕਿ ਸੱਚ ਨੂੰ ਛੱਡ ਕੇ ਹੀ ਇਹ ਗੜਬੜ ਕਰਨਾ ਪੈਂਦਾ ਨਾ। ਤਾਂ ਜਦੋਂ ਮੈਂ ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਅੰਦਰ ਸੰਭਾਲਦਾ ਹਾਂ, ਮੇਰਾ ਸਾਰਾ ਦੁੱਖ ਲੈ ਜਾਂਦਾ। ਚਿੰਤਾ ਰੋਗ ਗਈ ਹੋਂ ਪੀੜਾ, ਆਪ ਕਰੇ ਪ੍ਰਤਿਪਾਲਾ ਜੀਓ। ਚਿੰਤਾ ਰੋਗ, ਇੱਥੇ ਥੋੜਾ ਜਿਹਾ ਰੁਕਣਾ ਹੈ। ਚਿੰਤਾ ਰੋਗ ਗਈ ਹੋਂ ਪੀੜਾ। ਹੋਂ ਪੀੜਾ ਦਾ ਮਤਲਬ ਹੋਮੇ ਦੀ ਪੀੜ। ਜਦੋਂ ਮੈਂ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਤਾਂ ਆਪ ਕਰੇ ਪ੍ਰਤਿਪਾਲਾ ਜੀਓ, ਰੱਬ ਮੇਰੇ ਆਤਮਿਕ ਜੀਵਨ ਦੀ ਪਾਲਣਾ ਕਰਦਾ ਹੈ। ਚਿੰਤਾ ਰੋਗ, ਮੇਰੀ ਜ਼ਿੰਦਗੀ ਚੋਂ ਚਿੰਤਾ ਦਾ ਰੋਗ ਚਲਾ ਜਾਂਦਾ ਹੈ, ਹਉਮੈ ਦੀ ਪੀੜਾ ਚਲੀ ਜਾਂਦੀ ਹੈ। ਚਿੰਤਾ ਦਾ ਰੋਗ ਮਤਲਬ ਡਿਪਰੈਸ਼ਨ। ਹੁਣ ਕਿੰਨੇ ਸਾਰੇ ਮਾਨਸਿਕ ਰੋਗ ਨੇ, ਚਾਹੇ ਉਹ ਡਿਪਰੈਸ਼ਨ ਹੈ, ਨਿਊਰੋਸਥੀਨੀਆ ਹੈ, ਹੈਲੂਸੀਨੇਸ਼ਨ ਹੈ,
फोबिया है, हिस्टीरिया है, ਜਾਂ पर्सनैलिटी डिसऑर्डर्स ने बहुत सारे, किन्ने किस्म ਦਾ ਮੈਂ ਆਪਣਾ ਡਿਪਰੈਸ਼ਨ ਹੀ ਹੈਗਾ। ਇਹ ਸਾਰਾ ਡਿਪਰੈਸ਼ਨ, ਚਿੰਤਾ ਵਗੈਰਾ ਖਤਮ ਹੋ ਜਾਂਦੀ ਹੈ ਜਦੋਂ ਮੈਂ ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ। ਮੇਰੇ ਅੰਦਰੋਂ ਹਉਮੈ ਦੀ ਪੀੜਾ ਖਤਮ ਹੋ ਜਾਂਦੀ ਹੈ। ਬੰਦਾ ਹਉਮੈ ਕਰਕੇ ਦੁਖੀ ਹੈ, ਚਾਹੇ ਉਹ ਇਨਫੀਰੀਓਰਿਟੀ ਕੰਪਲੈਕਸ ਹੈ ਜਾਂ ਸੁਪਰੀਓਰਿਟੀ ਕੰਪਲੈਕਸ ਹੈ, ਇਹਦੇ ਕਰਕੇ ਦੁਖੀ ਹੈ। ਤਾਂ ਆਪ ਪ੍ਰਤਪਾਲਨਾ ਕਰਦਾ ਹੈ। ਇਸ ਲਈ ਸਾਨੂੰ ਜ਼ਰੂਰਤ ਹੈ ਕਿ ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੀਏ, ਜਿਸ ਕਰਕੇ ਅਸੀਂ ਨਾ ਰੋਗਾਂ ਸੋਗਾਂ ਤੋਂ ਬਚ ਸਕਦੇ ਹਾਂ। ਬਾਰਿਕ ਵਾਂਗੀ ਹੋਂ ਸਭ ਕੁਛ ਮੰਗਾ, ਇਹਨੂੰ ਮੰਗਾ ਨਹੀਂ ਪੜਨਾ, ਮੰਗਾ ਮੰਗਦਾ ਹਾਂ। ਮੈਂ ਇੱਕ ਬੱਚੇ ਦੀ ਤਰ੍ਹਾਂ ਹਰ ਚੀਜ਼ ਮੰਗਣਾ, ਬੱਚੇ ਦੀ ਤਰ੍ਹਾਂ ਮੰਗਣਾ। ਔਰ ਯਾਦ ਰੱਖਣਾ, ਮੰਗਣ ਵਾਲੇ 3 ਕਿਸਮ ਦੇ ਲੋਕ ਹੁੰਦੇ ਨੇ। ਇੱਕ ਵਪਾਰੀ, ਦੂਜਾ ਭਿਖਾਰੀ ਔਰ ਤੀਜਾ ਬੱਚਾ। ਜਿਹੜੇ ਵਪਾਰੀਆਂ ਦੀ ਤਰ੍ਹਾਂ ਮੰਗਦੇ ਨੇ ਉਹਨਾਂ ਨੂੰ ਕੁਝ ਨਹੀਂ ਮਿਲਦਾ। ਵਪਾਰੀ ਕੌਣ ਨੇ? ਜਿਹੜੇ ਆਣ ਕੇ ਸੁਖਣਾ ਸੁਖਦੇ ਨੇ ਕਿ ਮੈਂ 100 ਰੁਪਏ ਦੇ ਪਤਾਸੇ ਚੜਾਂਗਾ, ਮੇਰੀ 1.25 ਲੱਖ ਦੀ ਲਾਟਰੀ ਕੱਢ। ਉਹਨਾਂ ਨੂੰ ਕੱਖ ਨਹੀਂ ਮਿਲਦਾ। ਕਹਿੰਦਾ ਮੁੰਡਾ, ਕਹਿੰਦਾ ਬੇਬੇ ਅੱਜ ਮੈਂ ਪੀਰ ਬਾਬੇ ਤੇ ਗਿਆ ਸੀ ਤੇ ਮੈਂ 10 ਦਾ ਪ੍ਰਸ਼ਾਦ ਸੁੱਕਿਆ ਸੀ। ਬਾਬਾ ਮੈਂ 10 ਦਾ ਪ੍ਰਸ਼ਾਦ ਚੜਾਣਾ, ਮੈਨੂੰ ਟਰੈਕਟਰ ਦੇ। ਤੇ ਬੇਬੇ ਨੇ ਥਾੜ ਕਰਦੀ ਚਪੇੜ ਮਾਰੀ, ਜਾਂਦਾ ਮਰ ਜਾ, 100 ਰੁਪਇਆ ਹੋਰ ਦੇ ਕੇ ਟਰਾਲੀ ਵੀ ਪਾ ਲਿਆਉਣੀ ਸੀ ਪਿੱਛੇ। ਇਹ ਨਹੀਂ, ਐਵੇਂ ਕੁਛ ਨਹੀਂ ਮਿਲਦਾ। ਦੂਜੇ ਨੇ ਭਿਖਾਰੀਆਂ ਦੀ ਤਰ੍ਹਾਂ ਮੰਗਦੇ ਨੇ। ਭਿਖਾਰੀਆਂ ਨੂੰ ਲੋੜ ਹੁੰਦੀ ਹੈ, ਤਰਲੇ ਬਹੁਤ ਕਰਦੇ ਨੇ, ਪਰ ਉਹਨਾਂ ਨੂੰ ਵਿਸ਼ਵਾਸ ਕੋਈ ਨਹੀਂ ਹੁੰਦਾ ਕਿ ਇਹ ਬੰਦਾ ਦੇਗਾ ਕਿ ਮੇਰੇ ਪਹਿਲੇ ਵੀ ਖੋਲੇਗਾ। ਤੀਜਾ ਬੱਚਾ ਮੰਗ ਰਿਹਾ ਹੈ ਆਪਣੇ ਮਾਂ-ਬਾਪ ਤੋਂ। ਬੱਚੇ ਨੂੰ ਲੋੜ ਹੈ ਨਹੀਂ ਬੇਸ਼ੱਕ, ਪਰ ਮੰਗ ਰਿਹਾ, ਪਰ ਬੱਚੇ ਨੂੰ ਵਿਸ਼ਵਾਸ ਬੜਾ ਹੈ ਕਿ ਮੇਰਾ ਪਿਓ ਦੇਗਾ। ਅਸੀਂ ਨਾ ਨਿੱਕੇ ਨਿੱਕੇ ਹੁੰਦੇ ਸੀ ਇੰਡੀਆ, ਤੇ ਕੁਲਫੀ ਵਾਲੇ ਨੇ ਆਣ ਕੇ ਉਹ ਪੂੰ ਪੂੰ ਵਜਾਣੀ ਤੇ ਅਸੀਂ ਦੌੜ ਕੇ ਬਾਹਰ ਜਾਣਾ, ਤੇ ਪੈਸੇ ਕੋਲ ਕੋਈ ਨਹੀਂ ਹੁੰਦੇ। ਬੱਚੇ ਨੇ ਜਾ ਕੇ ਕਹਿਣਾ ਕੁਲਫੀ ਵਾਲੇ ਨੂੰ, ਭਾਈ ਮੈਨੂੰ ਕੁਲਫੀ ਦੇ, ਤੇ ਭਾਈ ਕੁਲਫੀ ਫੜਾ ਦਿੰਦਾ ਸੀ। ਤੇ ਬੱਚਾ ਜਾ ਕੇ ਘਰ ਮਾਂ ਨੂੰ ਜਾਂ ਪਿਓ ਨੂੰ ਕਹਿੰਦਾ ਸੀ ਮੈਂ ਕੁਲਫੀ ਲੈ ਕੇ ਆਇਆ, ਤੇ ਮਾਂ ਪਿਓ ਪੈਸੇ ਦੇ ਦਿੰਦੇ ਸੀ। ਕੁਲਫੀ ਵਾਲੇ ਨੂੰ ਵੀ ਵਿਸ਼ਵਾਸ ਸੀ ਕਿ ਇਹਦੇ ਮਾਂ ਪਿਓ ਨੇ ਦੇ ਦੇਣੇ ਨੇ, ਤੇ ਬੱਚੇ ਨੂੰ ਵੀ ਵਿਸ਼ਵਾਸ ਹੈ ਮੈਂ ਕੁਲਫੀ ਲੈ ਕੇ ਗਿਆ ਤੇ ਉਹ ਦੇ ਦੇਗਾ। ਵਿਸ਼ਵਾਸ ਹੈ ਨਾ। ਇਸ ਲਈ ਬੱਚੇ ਦੀ ਤਰ੍ਹਾਂ ਮੰਗਿਓ। ਤੇ ਮੰਗਣ ਦਾ ਮਤਲਬ ਇਹ ਨਹੀਂ ਮੰਗੀ ਜਾਓ, ਮੰਗਣ ਦਾ ਮਤਲਬ ਵਿਸ਼ਵਾਸ ਦੇ ਨਾਲ ਕੰਮ ਕਰਿਓ। ਵਿਸ਼ਵਾਸ ਦੇ ਨਾਲ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਪੂਰੀ ਕਰਿਓ, ਤੁਸੀਂ ਪਾ ਲੋਗੇ। ਸੁਖਣਾ ਸੁਖਣ ਨਾਲ ਕੁਝ ਨਹੀਂ ਮਿਲਣਾ। ਭਿਖਾਰੀਆਂ ਦੀ ਤਰ੍ਹਾਂ ਬੇਵਿਸ਼ਵਾਸਿਆਂ ਮੰਗਿਆ ਕੁਝ ਨਹੀਂ ਮਿਲਣਾ। ਵਿਸ਼ਵਾਸ ਦੀ ਤਰ੍ਹਾਂ ਵਿਸ਼ਵਾਸ ਕਰਿਓ। ਜਿਨ ਕੇ ਮਨ ਸਾਚਾ ਵਿਸ਼ਵਾਸ, ਪੇਕ ਪੇਕ ਸੁਆਮੀ ਕੀ ਸ਼ੋਭਾ, ਆਨੰਦ ਸਦਾ ਉल्लास। ਜਦੋਂ ਵਿਸ਼ਵਾਸ ਕਰੋਗੇ ਤੇ ਵਿਸ਼ਵਾਸ ਵਾਲਿਆਂ ਨੂੰ ਆਰਿਆਂ ਦੇ ਨਾਲ ਤੇ ਚੀਰ ਦਿੱਤਾ ਗਿਆ, ਪਰ ਉਹਨਾਂ ਨੂੰ ਕੋਈ ਡੁਲਾ ਨਹੀਂ ਸਕਿਆ। ਵਿਸ਼ਵਾਸ ਵਾਲਿਆਂ ਦੇ ਬੱਚਿਆਂ ਦੇ ਟੁਕੜੇ ਕਰਕੇ ਗਲਿਆਂ 'ਚ ਪਾ ਦਿੱਤੇ ਨੇ, ਪਰ ਉਹਨਾਂ ਨੂੰ ਕੋਈ ਡੁਲਾ ਨਹੀਂ ਸਕਿਆ। ਇਸ ਲਈ ਆਪਣੇ ਆਪ ਤੇ ਕੌਨਫੀਡੈਂਸ ਪੈਦਾ ਕਰਿਓ ਕਿ ਮੈਂ ਕੰਮ ਕਰ ਸਕਣਾ, ਮੈਂ ਪਾ ਸਕਣਾ, ਮੇਰੇ ਅੰਦਰ ਰੱਬ ਹੈ, ਮੇਰਾ ਪ੍ਰਭੂ ਮੈਨੂੰ ਇਸ ਹੁਕਮ ਦੇ ਅੰਦਰ ਜ਼ਰੂਰ ਦੇਵੇਗਾ। ਜੇ ਮੈਂ ਰਿਕੁਆਇਰਮੈਂਟ ਪੂਰੀ ਕਰਾਂਗਾ ਤੇ ਪਾ ਲੋਗੇ। ਤੁਹਾਡੇ ਵਾਸਤੇ ਜੀਵਨ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਰਹਿ ਜਾਏਗਾ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਦੇ ਦੇ ਤੋਟ ਨਾਹੀ ਪ੍ਰਭ ਰੰਗਾ। ਰੰਗਾ ਦਾ ਮਤਲਬ ਮੌਜਾਂ, ਖੁਸ਼ੀਆਂ। ਤੋਟ ਦਾ ਮਤਲਬ ਘਾਟਾ। ਮੈਂ ਮੰਗਣਾ ਤੇ ਪ੍ਰਭੂ ਮੈਨੂੰ ਮੂੰਹ ਮੰਗੀਆਂ ਚੀਜ਼ਾਂ ਦਿੰਦਾ ਹੈ, ਮੌਜਾਂ ਦਿੰਦਾ ਹੈ, ਖੁਸ਼ੀਆਂ ਦਿੰਦਾ ਹੈ, ਤੇ ਉਹਦੇ ਘਰ ਦੇ ਵਿੱਚ ਕੋਈ ਤੋਟ ਨਹੀਂ, ਕੋਈ ਕਮੀ ਨਹੀਂ। ਹੁਣ ਇਹ ਚੀਜ਼ ਨੂੰ ਸਮਝੋ। ਤੁਸੀਂ ਇਹ ਮੰਗੋ ਕਿ ਮੈਂ ਜ਼ਿੰਦਗੀ ਪਿਆਰ ਦੇ ਨਾਲ ਬਿਤਾਣੀ ਹੈ, ਆਪਣੇ ਮਾਂ ਪਿਓ ਨਾਲ, ਨਾਨਕਿਆਂ ਦਾਦਕਿਆਂ ਨਾਲ, ਸਹੁਰਿਆਂ ਨਾਲ, ਚਾਚਿਆਂ ਤਾਇਆਂ ਨਾਲ, ਸੱਜਣਾ ਮਿੱਤਰਾਂ ਨਾਲ ਪਿਆਰ ਨਾਲ ਰਹਿਣਾ। ਤੇ ਤੁਹਾਨੂੰ ਅੰਦਰ ਬੈਠਾ ਰੱਬ ਪਿਆਰ ਦੇਗਾ, ਕਿਉਂਕਿ ਰੱਬ ਤੁਹਾਡੇ ਅੰਦਰ ਹੈ ਨਾ, ਤੁਸੀਂ ਰੱਬ ਦਾ ਰੂਪ ਹੋ। ਤੇ ਜਿਵੇਂ ਜਿਵੇਂ ਪਿਆਰ ਦੇ ਨਾਲ ਵਰਤੋਗੇ, ਕੀ ਤੁਹਾਡਾ ਪਿਆਰ ਘਟ ਜਾਏਗਾ ਕਿ ਵਧੇਗਾ? ਹੋਰ ਵਧੇਗਾ। ਅੱਜ ਤੁਸੀਂ ਮੁਸਕਰਾਓ, ਤੁਸੀਂ ਖੁਸ਼ ਹੋਵੋ, ਤੇ ਕੀ ਮੁਸਕਰਾਓਗੇ ਤੇ ਤੁਸੀਂ ਕਹੋ ਉਹ ਯਾਰ ਮੈਂ ਤੇ 2-3 ਵਾਰੀ ਮੁਸਕਰਾ ਬੈਠਾ, ਮੇਰੀ ਮੁਸਕਰਾਹਟ ਹੀ ਨਾ ਮੁੱਕ ਜਾਏ ਕਿਰੇ। ਘਟ ਨਾ ਜਾਏ, ਘਟੇਗੀ ਥੋੜਾ, ਵਧੇਗੀ। ਜਿਹਦੇ ਜਿਹਦੇ ਵੱਲ ਮੁਸਕਰਾਓਗੇ ਹੋਰ ਮੁਸਕਰਾਉਣਗੇ। ਸੱਚ ਵਧੇਗਾ, ਦਇਆ ਵਧੇਗੀ, ਪ੍ਰੇਮ ਵਧੇਗਾ, ਵਿਸ਼ਵਾਸ ਵਧੇਗਾ। ਇਹ ਖੁਸ਼ੀਆਂ ਵੱਧਦੀਆਂ ਚਲੀਆਂ ਜਾਣਗੀਆਂ ਜਿੰਨਾ ਯੂਜ਼ ਕਰੋਗੇ, ਔਰ ਅੰਦਰੋਂ ਮਿਲਣਗੀਆਂ। ਇਸ ਲਈ ਇਹਨਾਂ ਦਾ ਆਨੰਦ ਮਾਣੋ। ਪੈਰੀ ਪੈ ਪੈ ਬਹੁਤ ਮਨਾਈ। ਇਹਨੂੰ ਪੈਰੀ ਨਹੀਂ ਪੜਨਾ, ਪੈਰੀ। ਮਨਾਈ ਨਹੀਂ ਪੜਨਾ, ਮਨਾਈ।
ਦੀਨ ਦਇਆਲ ਗੋਪਾਲਾ ਜੀਓ। ਪ੍ਰਭੂ ਦੀਨਾਂ ਤੇ ਦਇਆ ਕਰਨ ਵਾਲਾ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਮੈਂ ਉਹਦੇ ਚਰਨਾਂ ਤੇ ਪੈ ਪੈ ਕੇ ਢਹਿ ਢਹਿ ਕੇ ਉਹਨੂੰ ਬਹੁਤ ਮਨਾਉਂਦਾ ਹਾਂ। ਤਰਲੇ ਨਹੀਂ ਲੈਂਦੇ ਅਸੀਂ। ਸਾਡਾ ਕੋਈ ਰਿਸ਼ਤੇਦਾਰ ਨਾਰਾਜ਼ ਹੋ ਜਾਏ ਨਾ ਵਿਆਹ 'ਚ, ਕਈ ਤੇ ਬੰਦੇ ਐਸੇ ਹੁੰਦੇ ਨੇ ਸ਼ੁਕਰ ਕਰੀਦਾ ਵੀ ਨਾਰਾਜ਼ ਹੋ ਜਾਏ ਤੇ ਚੱਲ ਮਗਰੋਂ ਲੱਥਾ ਹੈ। ਕਈ ਰਿਸ਼ਤੇਦਾਰ ਐਸੇ ਹੁੰਦੇ ਨੇ, ਸਾਨੂੰ ਦੂਜੇ ਰਿਸ਼ਤੇਦਾਰ ਵੀ ਸਲਾਹ ਦਿੰਦੇ ਨੇ, ਯਾਰ ਮੁੰਡੇ ਦਾ ਵਿਆਹ ਹੈ ਨਾ ਤੇ ਉਹ ਮਾਮੇ ਦੇ ਫਲਾਣੇ ਮੁੰਡੇ ਨੂੰ ਨਾ ਸੱਦੀ, ਉਹਨੇ ਆਣ ਕੇ ਕਲੇਸ਼ ਹੀ ਪਾਣਾ। ਲੇਕਿਨ ਕਈ ਸਾਡੇ ਰਿਸ਼ਤੇਦਾਰ ਨੇ ਚੰਗੇ ਪਿਆਰੇ ਹੁੰਦੇ ਨੇ, ਬਾਈ ਚਾਂਸ ਸਾਡੀ ਕਿਸੇ ਗਲਤੀ ਕਰਕੇ ਉਹ ਨਾਰਾਜ਼ ਹੋ ਜਾਣ ਨਾ, ਅਸੀਂ ਆਪ ਉਹਨਾਂ ਨੂੰ ਮਨਾਉਣ ਜਾਂਦੇ ਆ। ਨਾਲ 4 ਭੈਣ ਭਰਾ ਲੈ ਕੇ ਜਾਈਦਾ, ਯਾਰ ਮੇਰੀ ਉਹਨੇ ਗੱਲ ਨਹੀਂ ਮੰਨੀ, ਮੈਂ ਗਲਤ ਕਹਿ ਬਿਠਾ ਸਾਂ, ਮੈਂ ਮਾਫੀ ਮੰਗਣਾ, ਮੇਰੇ ਨਾਲ ਚਲੋ। ਮਨਾ ਕੇ ਲਿਆਈਦਾ ਨਾ। ਮਨਾਈ ਦਾ ਉਹਨੂੰ ਹੈ ਜਿਹੜਾ ਬਹੁਤ ਚੰਗਾ ਹੋਵੇ, ਮਨਾਈ ਦਾ ਉਹਨੂੰ ਹੈ ਜਿਹਦੇ ਅੰਦਰ ਬੜੀ ਤਗੜੀ ਕੁਆਲਿਟੀ ਹੋਵੇ, ਤੇ ਫਿਰ ਉਹਨੂੰ ਇਹ ਕਹੀਦਾ ਵੀ ਜਿਵੇਂ ਤੂੰ ਕਹੇਂਗਾ ਮੈਂ ਉਵੇਂ ਕਰ ਲਾਂਗਾ, ਮੇਰੇ ਤੋਂ ਗਲਤੀ ਹੋ ਗਈ, ਜਿਵੇਂ ਤੂੰ ਕਹੇਂਗਾ। ਇਹਨੂੰ ਕਹਿੰਦੇ ਨੇ ਮਨਾਣਾ। ਇੱਥੇ ਮਨਾਉਣ ਦਾ ਮਤਲਬ ਇਹ ਨਹੀਂ ਵੀ ਰੱਬ ਨੂੰ ਮੈਂ ਫੁੱਲ ਚੜਾਉਣਾ ਵਾ, ਪਕੌੜਿਆਂ ਨੂੰ ਭੋਗ ਲਵਾ ਦਿੰਦਾ ਵਾ, ਐਵੇਂ ਨਹੀਂ। ਪੈਰੀ ਪੈ ਪੈ ਰੱਬ ਦੀ ਸ਼ਰਨੀ ਪੈ ਕੇ ਕਿ ਰੱਬਾ ਜਿਵੇਂ ਤੂੰ ਕਹੇਂਗਾ ਉਵੇਂ ਚੱਲਾਂਗਾ, ਲਾ ਆਫ ਨੇਚਰ ਨੂੰ ਫੋਲੋ ਕਰਾਂਗਾ, ਮੈਂ ਹਰ ਰਿਕੁਆਇਰਮੈਂਟ ਪੂਰੀ ਕਰਾਂਗਾ। ਜੋ ਵੇ ਆਫ ਲਾਈਫ ਗੁਰੂ ਜੀ ਤੁਸੀਂ ਦੇ ਰਹੇ ਹੋ, ਮੈਂ ਉਸ ਵੇ ਆਫ ਲਾਈਫ ਨੂੰ ਉਸੇ ਤਰ੍ਹਾਂ ਅਪਣਾਵਾਂਗਾ। ਤਾਂ ਅਸੀਂ ਵੀ ਆਪਣੀ ਬਿਰਤੀ ਇਹ ਬਣਾਣੀ ਹੈ। ਹਉ ਬਲਿਹਾਰੀ ਸਤਿਗੁਰ ਪੂਰੇ, ਮੈਂ ਆਪਣੇ ਗੁਰੂ ਤੋਂ ਹਮੇਸ਼ਾ ਕੁਰਬਾਨ ਹਾਂ, ਬਲਿਹਾਰ ਜਾਂਦਾ ਹਾਂ। ਜਿਨ ਬੰਧਨ ਕਾਟੇ ਸਗਲੇ ਮੇਰੇ, ਜਿਸ ਨੇ ਮੇਰੇ ਸਾਰੇ ਬੰਧਨ ਕੱਟ ਦਿੱਤੇ ਨੇ। ਔਰ ਹਕੀਕਤ ਹੈ ਜਦੋਂ ਤੁਸੀਂ ਗੁਰਬਾਣੀ ਨੂੰ ਫੋਲੋ ਕਰੋਗੇ ਨਾ, ਤੁਹਾਡੇ ਸਾਰੇ ਬੰਧਨ ਕੱਟੇ ਜਾਣਗੇ। ਨਾ ਤੁਹਾਨੂੰ ਨਰਾਤੇ ਰੱਖਣ ਦੀ ਲੋੜ, ਨਾ ਵਰਤ ਰੱਖਣ ਦੀ, ਨਾ ਸਰਾਧ ਕਰਨ ਦੀ, ਨਾ ਤੁਹਾਨੂੰ ਪੂਜਾ ਕਰਨ ਦੀ, ਨਾ ਅਰਚਨਾ ਕਰਨ ਦੀ, ਨਾ ਤੁਹਾਨੂੰ ਸਮਾਧੀਆਂ ਲਾਉਣ ਦੀ ਲੋੜ, ਨਾ ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਦੀ ਲੋੜ, ਨਾ ਬਾਬਿਆਂ ਨੂੰ ਪੂਜਣ ਦੀ ਲੋੜ, ਨਾ ਮੜੀਆਂ ਮਸਾਣਾ ਤੇ ਜਾਣ ਦੀ ਲੋੜ। ਇਹਨਾਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਪੈਣੀ। ਇਹ ਬੰਧਨ ਨੇ ਸਭ ਕੱਟੇ ਜਾਣਗੇ। ਗੁਰੂ ਦੇ ਦੱਸੇ ਰਾਹਾਂ ਤੇ ਤੁਰੋਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਾਰੇ ਬੰਧਨ ਕੱਟੇ ਜਾਣਗੇ। ਗੁਰੂ ਦੀ ਪਾਵਨ ਬਾਣੀ ਨੂੰ ਸਮਝੋਗੇ, ਨਰਕਾਂ ਸਵਰਗਾਂ ਦੇ ਬੰਧਨ ਕੱਟੇ ਜਾਣਗੇ। ਪਤਾ ਲੱਗ ਜਾਏਗਾ ਵੀ ਮਰਨ ਤੋਂ ਬਾਅਦ ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਸਾਰੇ ਹੀ ਬੰਧਨ ਕੱਟੇ ਜਾਣਗੇ। ਜਾਤੀਵਾਦ ਦੇ, ਮੇਰ ਤੇਰ ਦੇ, ਇਹ ਸਾਰੇ ਬੰਧਨ ਕੱਟੇ ਗਏ। ਮੈਂ ਬੰਧਨਾਂ ਤੋਂ ਆਜ਼ਾਦ ਹੋ ਗਿਆ, ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਮੇਰੇ ਸਾਰੇ ਬੰਧਨ ਕੱਟ ਦਿੱਤੇ ਨੇ, ਮੇਰੀ ਸੋਚ ਦੇ ਬੰਧਨ ਕੱਟ ਦਿੱਤੇ ਨੇ, ਮੇਰੀ ਸੋਚ ਵਿਸ਼ਾਲ ਹੋ ਗਈ ਹੈ। ਹਿਰਦੈ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਰਸਾਲਾ ਦਾ ਮਤਲਬ ਰਸ ਆਲਿਆ, ਰਸਾਂ ਦਾ ਘਰ। ਰੰਗ ਦਾ ਮਤਲਬ ਰੰਗ ਵਿੱਚ, ਪ੍ਰੇਮ ਵਿੱਚ। ਹਿਰਦੈ ਦਾ ਮਤਲਬ ਹਿਰਦਾ। ਹਿਰਦਾ ਵੈਸੇ ਦਿਲ ਹੈ, ਦਿਲ ਇੱਕ ਮਾਸਪੇਸ਼ੀ ਹੈ ਜੋ ਸਰੀਰ ਦੇ ਅੰਦਰ ਖੂਨ ਪੰਪ ਕਰਦਾ ਹੈ। ਉਸ ਹਿਰਦੇ ਦੀ ਗੱਲ ਨਹੀਂ। ਹਿਰਦੇ ਦਾ ਮਤਲਬ ਸੋਚ, ਹਿਰਦੇ ਦਾ ਮਤਲਬ ਮੈਂਟੈਲਿਟੀ। ਨਾਮ ਦਾ ਮਤਲਬ ਰੱਬੀ ਗੁਣ। ਕਿ ਹੇ ਨਾਨਕ, ਗੁਰੂ ਨੇ ਜਿਨ੍ਹਾਂ ਨੂੰ ਰੱਬੀ ਗੁਣ ਹਿਰਦੇ ਵਿੱਚ ਦੇ ਕੇ ਪਵਿੱਤਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਆਤਮਿਕ ਆਨੰਦ ਦਾ ਘਰ ਬਣ ਜਾਂਦੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ, ਖੁਸ਼ੀਆਂ ਪੈਦਾ ਹੋ ਜਾਂਦੀਆਂ ਨੇ, ਜਿਨ੍ਹਾਂ ਦੀ ਸੋਚ ਦੇ ਅੰਦਰ ਰੱਬੀ ਗੁਣ ਗੁਰੂ ਨੇ ਵਸਾ ਦਿੱਤੇ। ਮਨ, ਬਚਨ ਔਰ ਕਰਮ। ਮੈਂਟੈਲਿਟੀ ਵਿੱਚ ਵੀ ਗੁਣ, ਬੋਲਾਂ ਵਿੱਚ ਵੀ ਗੁਣ, ਬਿਹੇਵੀਅਰ ਵਿੱਚ ਵੀ ਗੁਣ। ਉਹ ਲੋਕ ਆਨੰਦ ਦਾ ਸੋਮਾ ਬਣ ਜਾਂਦੇ ਨੇ, ਆਨੰਦ ਦਾ ਘਰ ਬਣ ਜਾਂਦੇ ਨੇ। ਉਹ ਹਮੇਸ਼ਾ ਖੁਸ਼ੀਆਂ ਵਾਲਾ ਜੀਵਨ ਜੀਂਦੇ ਨੇ। ਮਾਝ ਮਹਿਲਾ ਪੰਜਵਾਂ। ਲਾਲ ਗੋਪਾਲ ਦਇਆਲ ਰੰਗੀਲੇ। ਇੱਥੇ ਲਾਲ ਦਾ ਮਤਲਬ ਰੰਗ ਨਹੀਂ ਹੈ ਰੈੱਡ, ਇੱਥੇ ਲਾਲ ਦਾ ਮਤਲਬ ਹੈ ਪਿਆਰਾ। ਰੰਗੀਲੇ ਦਾ ਮਤਲਬ ਰੰਗ ਆਲਿਆ, ਆਨੰਦ ਦਾ ਸੋਮਾ, ਆਨੰਦ ਦਾ ਘਰ। ਦਇਆਲ ਦਾ ਮਤਲਬ ਦਇਆ ਦਾ ਘਰ। ਗੋਪਾਲ, ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣਾ ਕਰਨ ਵਾਲਾ। ਹੇ ਪ੍ਰਭੂ, ਹੇ ਸ੍ਰਿਸ਼ਟੀ ਦੇ ਰਾਖੇ, ਹੇ ਦਇਆ ਦੇ ਘਰ, ਹੇ ਆਨੰਦ ਦੇ ਸੋਮੇ, ਗਹਿਰ ਗੰਭੀਰ ਬੇਅੰਤ ਗੋਵਿੰਦੇ। ਹੇ ਗੁਣਾਂ ਦੇ ਗਹਿਰੇ ਸਾਗਰ, ਹੇ ਵੱਡੇ ਜਿਗਰੇ ਵਾਲੇ, ਹੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਹੇ ਬੇਅੰਤ ਪ੍ਰਭੂ,
ऊच अथा बेअंत स्वामी सिमर सिमर हो जीवा जीओ। ਉੱਚਾ ਵੱਡਾ, ਅਥਾਹ ਦਾ ਮਤਲਬ ਜਿਹਦੀ ਗਹਿਰਾਈ ਨੂੰ ਨਾ ਨਾਪਿਆ ਜਾ ਸਕੇ। ਹੇ ਸਭ ਤੋਂ ਉੱਚੇ, ਹੇ ਬੇਅੰਤ ਪ੍ਰਭੂ ਰਹਿਮਤ ਕਰ। ਸਿਮਰ ਸਿਮਰ ਹੋ ਜੀਵਾਂ ਜੀਓ, ਜੀਵਾਂ ਜੀਓ, ਤੈਨੂੰ ਯਾਦ ਕਰ ਕਰਕੇ ਮੈਂ ਜਿਉਂਦਾ ਹਾਂ। ਜਿਹੜਾ ਬੰਦਾ ਰੱਬ ਨੂੰ ਯਾਦ ਕਰ ਰਿਹਾ ਨਾ, ਇਹ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ, ਰਾਮ ਰਾਮ ਅੱਲਾ ਅੱਲਾ ਨਹੀਂ। ਜਿਸ ਬੰਦੇ ਨੂੰ ਇਹ ਚੀਜ਼ਾਂ ਯਾਦ ਨੇ ਕਿ ਰੱਬ ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ, ਜਿਸ ਬੰਦੇ ਦੀ ਸੋਚ ਦੇ ਅੰਦਰ ਰੱਬੀ ਗੁਣ ਨੇ, ਉਹ ਬੰਦਾ ਜਿਉਂਦਾ ਹੈ ਅਸਲ ਦੇ ਵਿੱਚ। ਬਾਕੀ ਲਾਸ਼ਾਂ ਨੇ, ਬਾਕੀ ਮਰੇ ਹੋਏ ਨੇ। ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ, ਜਦੋਂ ਮੈਂ ਝੂਠ ਬੋਲਦਾ ਨਾ, ਉਦੋਂ ਮੈਂ ਮਰ ਜਾਂਦਾ ਹਾਂ। ਮੇਰੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਜ਼ਮੀਰ ਮਰ ਜਾਂਦੀ ਹੈ। ਜਦੋਂ ਮੈਂ ਬੇਗਾਨਾ ਹੱਕ ਖਾਂਦਾ ਹਾਂ, ਉਦੋਂ ਅੰਦਰੋਂ ਇਨਸਾਨ ਮਰ ਜਾਂਦਾ ਹੈ। ਜਦੋਂ ਅਸੀਂ ਲਾਲਚ ਕਰਦੇ ਹਾਂ, ਉਦੋਂ ਸਾਡੇ ਅੰਦਰੋਂ ਇਨਸਾਨ ਮਰ ਜਾਂਦਾ ਹੈ। ਜਦੋਂ ਅਸੀਂ ਜਨਮ ਤੋਂ ਪਹਿਲਾਂ ਹੀ ਆਪਣੀ ਬੱਚੀ ਦੀ ਹੱਤਿਆ ਕਰਾ ਦਿੰਦੇ ਹਾਂ, ਬੰਦਾ ਅੰਦਰੋਂ ਮਰ ਜਾਂਦਾ ਹੈ। ਜਿਹੜੇ ਆ ਲੋਕ ਡੁਪਲੀਕੇਟ ਦਵਾਈਆਂ ਵੇਚਦੇ ਨੇ, ਖਾਣ ਪੀਣ ਵਾਲੇ ਪਦਾਰਥਾਂ ਦੇ ਅੰਦਰ ਮਿਲਾਵਟ ਕਰਦੇ ਨੇ, ਉਹ ਮਰੇ ਹੋਏ ਨੇ, ਲਾਸ਼ਾਂ ਨੇ, ਅੰਦਰੋਂ ਇਨਸਾਨ ਮਰਿਆ ਹੋਇਆ ਹੈ। 90,000 ਰੁਪਇਆ ਤਨਖਾਹ ਲੈਣ ਵਾਲਾ ਬੰਦਾ ਜਦੋਂ 400 ਰੁਪਏ ਦਿਹਾੜੀ ਵਾਲੇ ਤੋਂ ਰਿਸ਼ਵਤ ਮੰਗਦਾ ਹੈ, ਤਾਂ ਉਹਦੇ ਅੰਦਰੋਂ ਬੰਦਾ ਮਰ ਚੁੱਕਾ ਹੁੰਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਤੇਰੇ ਗੁਣਾਂ ਨੂੰ ਯਾਦ ਕਰਕੇ, ਤੇਰੀ ਯਾਦ ਵਿੱਚ ਜੀ ਕੇ, ਤੇਰੇ ਗੁਣਾਂ ਨੂੰ ਇੰਪਲੀਮੈਂਟ ਕਰਕੇ ਮੈਂ ਆਤਮਿਕ ਜੀਵਨ ਜੀਂਦਾ ਹਾਂ। ਮੈਨੂੰ ਆਤਮਿਕ ਜੀਵਨ ਮਿਲਦਾ ਹੈ, ਮੈਂ ਐਸਾ ਜੀਵਨ ਜੀਣਾ। ਦੁੱਖ ਭੰਜਨ ਨਿਧਾਨ ਅਮੋਲੇ। ਦੁੱਖ ਭੰਜਨ ਦਾ ਮਤਲਬ ਦੁੱਖਾਂ ਨੂੰ ਖਤਮ ਕਰਨ ਵਾਲਾ, ਨਿਧਾਨ ਦਾ ਮਤਲਬ ਸੁੱਖਾਂ ਦਾ ਖਜ਼ਾਨਾ, ਅਮੋਲੇ ਦਾ ਮਤਲਬ ਅਮੁੱਲਕ। ਹੇ ਜੀਵਾਂ ਦੇ ਦੁੱਖ ਨਾਸ਼ ਕਰਨ ਵਾਲੇ, ਹੇ ਕੀਮਤੀ ਪਦਾਰਥਾਂ ਦੇ ਖਜ਼ਾਨੇ। ਰੱਬ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਹੁਣ ਦੁੱਖਾਂ ਨੂੰ ਦੂਰ ਕਰਨ ਵਾਲੇ ਦਾ ਮਤਲਬ ਇਹ ਨਹੀਂ ਕਿ ਅਸੀਂ ਅਰਦਾਸ ਕਰਦੀ ਤੇ ਸਾਡੇ ਦੁੱਖ ਦੂਰ ਹੋ ਜਾਣ। ਹੁਣ ਦੁੱਖਾਂ ਨੂੰ ਦੂਰ ਕਰਨ ਵਾਲਾ ਕਿਵੇਂ ਹੈ? ਕਿਉਂਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਝੂਠ ਕਰਕੇ, ਲਾਲਚ ਕਰਕੇ, ਲੋਭ ਕਰਕੇ, ਤੇ ਰੱਬ ਹੈ ਗੁਣਾਂ ਦਾ ਖਜ਼ਾਨਾ। ਜਦੋਂ ਅਸੀਂ ਸੱਚ ਬੋਲਦੇ ਹਾਂ, ਦਇਆ ਕਰਦੇ ਹਾਂ, ਪ੍ਰੇਮ ਕਰਦੇ ਹਾਂ, ਸਾਡੇ ਦੁੱਖ ਦੂਰ ਹੋ ਜਾਂਦੇ ਨੇ, ਤੇ ਉਹ ਗੁਣਾਂ ਦਾ ਖਜ਼ਾਨਾ ਹੈ। ਨਿਰਭਉ ਨਿਰਵੈਰ ਅਥਾ ਅਤੁੱਲੇ। ਨਿਰਭਉ ਦਾ ਮਤਲਬ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਡੂੰਘਾਈ ਉਹਦੀ ਨਾਪੀ ਨਹੀਂ ਜਾ ਸਕਦੀ, ਤੋਲਿਆ ਉਹਨੂੰ ਜਾ ਨਹੀਂ ਸਕਦਾ, ਅਮਾਪ ਹੈ। ਪ੍ਰਭੂ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਅਥਾਹ ਹੈ, ਅਤੋਲ ਹੈ। ਹੁਣ ਦੇਖੋ, ਉਸ ਰੱਬ ਨੂੰ ਅਸੀਂ ਮੰਨ ਰਹੇ ਹਾਂ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਸਾਰੇ, ਔਰ ਸਾਰੇ ਹੀ ਧਰਮ ਕਹਿੰਦੇ ਨੇ ਵੀ ਰੱਬ ਕਿਸੇ ਨਾਲ ਵੈਰ ਨਹੀਂ ਕਰਦਾ, ਰੱਬ ਕਿਸੇ ਤੋਂ ਡਰਦਾ ਨਹੀਂ, ਰੱਬ ਕਿਸੇ ਨਾਲ ਵੈਰ ਨਹੀਂ ਕਰਦਾ। ਉਸ ਰੱਬ ਵਿੱਚ ਅਸੀਂ ਮਿਲਣਾ ਚਾਹੁੰਦੇ ਹਾਂ, ਤੇ ਜਿਹੜਾ ਬੰਦਾ ਨਿਰਭਉ ਤੇ ਨਿਰਵੈਰ ਵਿੱਚ ਮਿਲੇਗਾ, ਉਹ ਵੀ ਤੇ ਨਿਰਭਉ ਤੇ ਨਿਰਵੈਰ ਹੋ ਜਾਏਗਾ ਨਾ। ਲੇਕਿਨ ਅਸੀਂ ਡਰ ਵੀ ਰਹੇ ਹਾਂ ਔਰ ਡਰਾ ਵੀ ਰਹੇ ਹਾਂ। ਹੁਣ ਬੜੇ ਬੰਦੇ ਮੈਂ ਵੇਖੇ ਨੇ ਜਿਹੜੇ ਮੁੱਛਾਂ ਖੜੀਆਂ ਕਰਕੇ, ਛਾਤੀ ਤੇ ਹੱਥ ਮਾਰ ਕੇ ਕਹਿੰਦੇ ਨੇ, ਮੈਂ ਨਹੀਂ ਡਰਦਾ ਕਿਸੇ ਦੇ ਪਿਓ ਤੋਂ ਹੀ। ਬੜਾ ਚੰਗਾ ਕੰਮ ਹੈ, ਨਹੀਂ ਡਰਦਾ, ਲੇਕਿਨ ਤੂੰ ਲੋਕਾਂ ਨੂੰ ਡਰਾ ਤੇ ਰਿਹਾ ਹੈ। ਮਾਂ ਬੱਚਿਆਂ ਨੂੰ ਡਰਾ ਰਹੀ ਹੈ, ਪਤੀ ਪਤਨੀ ਨੂੰ ਡਰਾ ਰਹੀ ਹੈ, ਪਤੀ ਪਤਨੀ ਨੂੰ ਡਰਾ ਰਿਹਾ ਹੈ, ਡਰਾ ਰਹੇ ਨੇ ਇੱਕ ਦੂਜੇ ਨੂੰ, ਤੇ ਮੰਨ ਰਹੇ ਨੇ ਜੀ ਰੱਬ ਨਿਰਭਉ ਹੈ। ਡਰ ਰਹੇ ਨੇ, ਜ਼ੁਲਮ ਕਰ ਰਹੇ ਨੇ, ਜ਼ੁਲਮ ਸਹਾਰ ਰਹੇ ਨੇ। ਜਦੋਂ ਨਿਰਭਉ ਨੂੰ ਮੰਨਾਂਗੇ, ਨਾ ਕੋਈ ਡਰਾਏਗਾ, ਨਾ ਡਰੇਗਾ, ਨਾ ਜ਼ੁਲਮ ਕਰੇਗਾ, ਨਾ ਜ਼ੁਲਮ ਸਹਾਰੇਗਾ। ਨਿਰਵੈਰ, ਰੱਬ ਨਿਰਵੈਰ ਹੈ ਤਾਂ ਅਸਾਂ ਵੀ ਨਿਰਵੈਰ ਹੋਣਾ ਹੈ। ਅਕਾਲ ਮੂਰਤ ਅਜੂਨੀ ਸੰਭੋ, ਮਨ ਸਿਮਰਤ ਠੰਡਾ ਥੀਵਾਂ ਜੀਓ। ਅਕਾਲ ਮੂਰਤ, ਕਾਲ ਰਹਿਤ ਹਸਤੀ, ਰੱਬ ਨੇ ਕਦੇ ਮਰਨਾ ਨਹੀਂ। ਸੰਭੋ ਦਾ ਮਤਲਬ ਸਵਯੰਭੂ, ਆਪਣੇ ਆਪ ਤੋਂ ਪੈਦਾ ਹੋਇਆ ਹੈ। ਰੱਬ ਦਾ ਕੋਈ ਮਾਂ-ਬਾਪ ਨਹੀਂ ਹੈ, ਰੱਬ ਨੂੰ ਮਾਂ-ਬਾਪ ਨੇ ਪੈਦਾ ਨਹੀਂ ਕੀਤਾ। ਜਿਹਨੂੰ ਮਾਂ-ਬਾਪ ਨੇ ਪੈਦਾ ਕੀਤਾ ਹੈ, ਉਹ ਰੱਬ ਨਹੀਂ। ਕਿਉਂਕਿ ਜਿਹਨੂੰ ਮਾਂ-ਬਾਪ ਨੇ ਪੈਦਾ ਕੀਤਾ ਹੈ ਨਾ, ਮਾਂ-ਬਾਪ ਵੀ ਮਰ ਜਾਂਦੇ ਨੇ ਪੈਦਾ ਕਰਨ ਵਾਲੇ, ਤੇ ਜਿਹੜਾ ਪੈਦਾ ਹੋਇਆ ਹੁੰਦਾ ਉਹ ਵੀ ਇੱਕ ਦਿਨ ਮਰ ਜਾਂਦਾ। ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਪੈਦਾ ਹੋਇਆ ਹੈ ਉਹ ਮਰੇਗਾ ਹੀ ਮਰੇਗਾ।
ਤੇ ਜੇ ਰੱਬ ਵੀ ਸਾਡੇ ਵਾਂਗੂ ਪੈਦਾ ਹੋਇਆ ਨਾ, ਕਿਤੇ ਜੇ ਮੰਨ ਲਈ ਰੱਬ ਪੈਦਾ, ਫਿਰ ਜਿਵੇਂ ਅਸੀਂ ਮਰਨਾ ਰੱਬ ਵੀ ਮਰੇਗਾ, ਰੱਬ ਦੇ ਮਾਪਿਓ ਵੀ ਮਰਨਗੇ। ਤੇ ਜੇ ਰੱਬ ਮਰ ਗਿਆ ਤੇ ਦੁਬਾਰਾ ਪੈਦਾ ਹੋਏਗਾ, ਇਹਦਾ ਮਤਲਬ ਜੂਨਾਂ 'ਚ ਪਿਆ ਹੈ। ਇਸ ਲਈ ਰੱਬ ਮਰਦਾ ਨਹੀਂ, ਆਪਣੇ ਆਪ ਤੋਂ ਹੈ। ਅਜੂਨੀ ਦਾ ਮਤਲਬ ਉਹ ਜੂਨਾਂ ਵਿੱਚ ਨਹੀਂ ਪੈਂਦਾ। ਤਾਂ ਜਿਹਦੀ ਹਸਤੀ ਕਾਲ ਤੋਂ ਰਹਿਤ ਹੈ, ਜੋ ਕਦੇ ਮਰਦਾ ਨਹੀਂ। ਅਜੂਨੀ ਜੋ ਜੂਨਾਂ ਵਿੱਚ ਨਹੀਂ ਪੈਂਦਾ। ਸੰਭੂ ਜੋ ਸਵੈੰਭੂ ਆਪਣੇ ਆਪ ਤੋਂ ਹੈ। ਮਨ ਸਿਮਰਤ, ਜਦੋਂ ਮੈਂ हे ਪ੍ਰਭੂ ਤੈਨੂੰ ਆਪਣੇ ਮਨ ਵਿੱਚ ਯਾਦ ਕਰਨਾ ਕਿ ਤੂੰ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਤੋਂ ਰਹਿਤ ਹੈ, ਤੂੰ ਆਪਣੇ ਆਪ ਤੋਂ ਰਹਿਤ ਹੈ। ਜਦੋਂ ਮੇਰਾ ਮਨ ਤੈਨੂੰ ਸਿਮਰਦਾ ਹੈ, ਆਪਣੇ ਮਨ ਵਿੱਚ ਵਸੰਦਾ ਹੈ, ਠੰਡਾ ਥੀਵਾਂ ਜਿਉ ਮੈਂ ਠੰਡਾ ਠਾਰ ਹੋ ਜਾਂਦਾ। ਮੇਰੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ, ਮੇਰੇ ਅੰਦਰੋਂ ਈਰਖਾ, ਦਵੈਸ਼, ਵੈਰ, ਵਿਰੋਧ ਦੀ ਅੱਗ ਬੁਝ ਜਾਂਦੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਮੈਂ ਵੈਸੇ ਹੁਣ ਵੀ ਥੋੜੀ ਦੇਰ ਪਹਿਲਾਂ ਵੀ ਐਕਸਪਲੇਨ ਕੀਤਾ ਕਿ ਜਦੋਂ ਅਸੀਂ ਬੇਗਾਨਾ ਹੱਕ ਖਾਂਦੇ ਹਾਂ, ਉਦੋਂ ਅਸੀਂ ਮਰ ਜਾਂਦੇ ਹਾਂ। ਇਸ ਲਈ ਮਰਨਾ ਨਹੀਂ, ਆਤਮਿਕ ਜ਼ਿੰਦਗੀ ਜੀਣੀ ਹੈ। ਅਜੂਨੀ ਬਣਨਾ ਹੈ। ਅਸੀਂ ਆ ਕੁੱਤਿਆਂ ਬਿੱਲੀਆਂ ਵਾਲੀਆਂ ਬਿਰਤੀਆਂ ਦੇ ਵਿੱਚ ਨਹੀਂ ਵਿਚਰਨਾ, ਤਾਂ ਸਾਡੇ ਅੰਦਰ ਠੰਡਕ ਵਰਤੇਗੀ। ਸਦਾ ਸੰਗੀ ਹਰ ਰੰਗ ਗੋਪਾਲਾ। ਸਦਾ ਸੰਗੀ, ਹੁਣ ਰੱਬ ਕਿੱਥੇ ਹੈ? ਜੇ ਤੇ ਮੰਨੀਏ ਵੀ ਉੱਤੇ ਬੈਠਾ ਹੈ ਸੱਚਖੰਡ ਵਿੱਚ, ਜੰਨਤ ਵਿੱਚ, ਸਵਰਗ ਵਿੱਚ, ਬੈਕੁੰਠ ਵਿੱਚ, ਫਿਰ ਤੇ ਉਹ ਸਾਡੇ ਨਾਲ ਨਹੀਂ ਹੈ, ਕਿਉਂਕਿ ਉਹ ਉੱਤੇ ਬੈਠਾ ਹੈ। ਹੁਣ ਬੇਸ਼ੱਕ ਅਸੀਂ ਇੱਕ ਦੂਜੇ ਨੂੰ ਵੇਖ ਰਹੇ ਹਾਂ, ਪਰ ਅਸੀਂ ਇੱਕ ਦੂਜੇ ਦੇ ਨਾਲ ਨਹੀਂ, ਕਿਉਂਕਿ ਕੋਈ ਇੰਡੀਆ ਬੈਠਾ ਹੈ, ਕੋਈ ਇੰਗਲੈਂਡ, ਕੋਈ ਕੈਨੇਡਾ, ਕੋਈ ਦੁਬਈ, ਦੂਰ ਦੂਰ ਨਾ, ਨਾਲ ਨਹੀਂ, ਇੱਕ ਜਗ੍ਹਾ ਤੇ ਹੈ ਨਾ। ਮੈਂ ਹੁਣ ਇੰਗਲੈਂਡ ਬੈਠਾ ਤਾਂ ਮੈਂ ਆਪਣੇ ਬੱਚਿਆਂ ਕੋਲ ਨਹੀਂ ਹਾਂ। ਮੈਂ ਇੱਕ ਦੇਸ਼ੀ ਹਾਂ, ਸਰਬ ਵਿਆਪੀ ਨਹੀਂ ਹਾਂ। ਜੇ ਮੰਨ ਲਈਏ ਵੀ ਰੱਬ ਉੱਤੇ ਬੈਠਾ ਹੈ, ਫਿਰ ਉਹ ਸਾਡੇ ਨਾਲ ਨਹੀਂ ਹੈ। ਤੇ ਜੇ ਉਹ ਸਾਡੇ ਨਾਲ ਹੈ ਤਾਂ ਫਿਰ ਉਹ ਉੱਤੇ ਨਹੀਂ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਸਦਾ ਸੰਗੀ, ਉਹ ਹਮੇਸ਼ਾ ਤੁਹਾਡੇ ਨਾਲ ਹੈ। ਗੋਪਾਲਾ ਦਾ ਮਤਲਬ ਉਹ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਔਰ ਰੰਗ ਦਾ ਮਤਲਬ ਉਹ ਸਾਰਿਆਂ ਨੂੰ ਖੁਸ਼ੀਆਂ ਦੇਣ ਵਾਲਾ ਹੈ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ ਹੈ, ਹਰ ਇੱਕ ਨੂੰ ਸੁੱਖ ਦੇਣ ਵਾਲਾ ਹੈ, ਔਰ ਹਰ ਇੱਕ ਦੇ ਹਰ ਵਕਤ ਨਾਲ ਹੈ। ਇਹਨਾਂ ਚੀਜ਼ਾਂ ਨੂੰ ਸਮਝ ਕੇ ਇੰਪਲੀਮੈਂਟ ਕਰਨਾ ਹੈ। ਮੈਂ ਬਾਰ-ਬਾਰ ਇਹ ਬੇਨਤੀ ਕਰ ਰਿਹਾ, ਰੱਬੀ ਗੁਣ, ਸਚਾਈ, ਦਇਆ, ਇਹ ਸੁੱਖ ਦੇਣ ਵਾਲੇ ਨੇ, ਤੇ ਇਹ ਗੁਣ ਤੁਹਾਡੇ ਹਮੇਸ਼ਾ ਨਾਲ ਨੇ, ਜਿੱਥੇ ਵੀ ਜਾਓ ਨਾਲ ਨੇ। ਹਾਂ, ਯੂਜ਼ ਕਰੋ ਨਾ ਕਰੋ ਤੁਹਾਡੀ ਮਰਜ਼ੀ। ਜੇ ਅਸੀਂ ਇਹਨਾਂ ਨੂੰ ਯੂਜ਼ ਕਰੀਏ ਤੇ ਸਾਰੇ ਥਾਵਾਂ ਤੇ ਨਾਲ ਨੇ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਊਚ ਨੀਚ ਕਰੇ ਪ੍ਰਤੀਪਾਲਾ। ਉੱਚਿਆਂ ਦੀ ਔਰ ਨੀਵਿਆਂ ਦੀ ਸਾਰਿਆਂ ਦੀ ਪਾਲਣਾ ਕਰਦਾ ਹੈ, ਚਾਹੇ ਕੋਈ ਉੱਚਾ ਹੈ, ਕੋਈ ਨੀਵਾਂ ਹੈ। ਵੈਸੇ ਉੱਚਾ ਨੀਵਾਂ ਕੋਈ ਨਹੀਂ, ਸਾਰੇ ਬਰਾਬਰ ਨੇ। ਲੇਕਿਨ ਇਸ ਦੁਨੀਆ ਵਿੱਚ ਕਈ ਲੋਕ ਆਪਣੇ ਆਪ ਨੂੰ ਉੱਚਾ ਸਮਝ ਲੈਂਦੇ ਨੇ, ਦੂਜਿਆਂ ਨੂੰ ਨੀਵਾਂ ਸਮਝ ਲੈਂਦੇ ਨੇ। ਇਹ ਸਾਡੀ ਸਮਝ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕੋਈ ਉੱਚਾ ਹੈ, ਕੋਈ ਨੀਵਾਂ ਹੈ, ਸਾਰੇ ਜੀਵਾਂ ਦੀ ਪ੍ਰਭੂ ਪਾਲਣਾ ਕਰ ਰਿਹਾ ਹੈ। ਹੁਣ ਜੇ ਜਾਤ ਕਰਕੇ ਮੰਨੀਏ ਕਿ ਕੋਈ ਉੱਚੀਆਂ ਜਾਤਾਂ ਵਾਲੇ ਨੇ, ਜੇ ਮੰਨੀਏ ਤਾਂ ਹੈ ਨਹੀਂ ਜਾਤ ਪਾਤ ਕੁਛ ਵੀ। ਪਰ ਜੇ ਕੋਈ ਉੱਚੀ ਜਾਤ ਵਾਲਾ ਹੈ ਤੇ ਉਹਨੂੰ ਰੋਟੀ ਕਿੱਥੋਂ ਮਿਲ ਰਹੀ ਹੈ? ਉਹਦੇ ਵਾਸਤੇ ਕਣਕ ਹਵਾ 'ਚ ਥੋੜਾ ਪੈਦਾ ਹੁੰਦੀ ਹੈ, ਜ਼ਮੀਨ 'ਚੋਂ ਹੀ ਪੈਦਾ ਹੁੰਦੀ ਹੈ। ਉਹ ਕੋਈ ਨਾਸਾਂ ਵਿੱਚ ਪਾਣੀ ਪਾ ਕੇ ਥੋੜਾ ਜਿੰਦਾ, ਉਹ ਵੀ ਆਕਸੀਜਨ ਨਾਲ ਹੀ ਸਾਹ ਲੈ ਰਿਹਾ, ਗਰੀਬ ਵੀ ਲੈ ਰਿਹਾ। ਸਾਰਿਆਂ ਦੀ ਪਾਲਣਾ ਤੇ ਸਿਸਟਮ ਵਿੱਚ ਹੋ ਰਹੀ ਹੈ, ਕੁਦਰਤੀ ਨੇਮਾਂ ਵਿੱਚ ਹੋ ਰਹੀ ਹੈ। ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾਂ ਜੀਓ। ਰਸਾਇਣ ਦੇ ਦੋ ਸ਼ਬਦ ਨੇ, ਰਸ ਪਲਸ ਆਇਣ। ਆਇਣ ਦਾ ਮਤਲਬ ਘਰ, ਰਸਾਇਣ ਦਾ ਮਤਲਬ ਰਸਾਂ ਦਾ ਘਰ। ਨਾਮ ਦਾ ਮਤਲਬ ਰੱਬੀ ਗੁਣ। ਮਨ ਤ੍ਰਿਪਤਾਇਣ ਦਾ ਮਤਲਬ ਮਨ ਨੂੰ ਤ੍ਰਿਪਤ ਕਰਨ ਵਾਲਾ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਉਹ ਗੁਣ ਜੋ ਸਾਡੇ ਅੰਦਰ ਇਨਸਾਨੀਅਤ ਔਰ ਖੁਸ਼ੀ ਪੈਦਾ ਕਰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਦੇ ਗੁਣ ਨੇ ਉਹ ਸਾਰੇ ਰਸਾਂ ਦਾ ਸੋਮਾ ਨੇ। ਜੀਵਾਂ ਦੇ ਮਨ ਨੂੰ ਮਾਇਆ ਦੀ ਤ੍ਰਿਸ਼ਨਾ ਵੱਲੋਂ ਉਹ ਤ੍ਰਿਪਤ ਕਰਨ ਵਾਲਾ ਹੈ ਪ੍ਰਭੂ। ਗੁਰੂ ਦੀ ਸ਼ਰਣੀ ਪੈ ਕੇ ਆਤਮਿਕ ਜੀਵਨ ਦੇਣ ਵਾਲੇ ਉਹਦੇ ਗੁਣਾਂ ਦੇ ਰਸ ਨੂੰ ਮੈਂ ਪੀਂਦਾ ਹਾਂ, ਉਹਦੇ ਗੁਣਾਂ ਦੇ ਰਸ ਨੂੰ ਮੈਂ ਮਾਣਦਾ ਹਾਂ।
ਤਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ, ਆਤਮਿਕ ਖੁਸ਼ੀ ਮਿਲਦੀ ਹੈ, ਅੰਦਰ ਦੀ ਪ੍ਰਸੰਨਤਾ ਮਿਲਦੀ ਹੈ ਜਦੋਂ ਮੈਂ ਉਹਦੇ ਗੁਣਾਂ ਨੂੰ ਪੀਂਦਾ ਹਾਂ, ਮਾਣਦਾ ਹਾਂ। ਦੁੱਖ ਸੁੱਖ ਪਿਆਰੇ ਤੁਧ ਧਿਆਈ। ਦੁੱਖ ਦਾ ਮਤਲਬ ਦੁੱਖ ਵਿੱਚ, ਸੁੱਖ ਦਾ ਮਤਲਬ ਸੁੱਖ ਵਿੱਚ। ਹੇ ਮੇਰੇ ਪਿਆਰੇ ਪ੍ਰਭੂ, ਚਾਹੇ ਦੁੱਖ ਹੋਣ ਜਾਂ ਸੁੱਖ ਵਿੱਚ ਵਸ ਰਿਹਾ ਹੋਵਾਂ, ਮੈਂ ਤੇਰਾ ਧਿਆਨ ਧਰਦਾ ਹਾਂ, ਮੈਂ ਤੈਨੂੰ ਧਿਆਨ ਵਿੱਚ ਰੱਖਦਾ ਹਾਂ, ਯਾਨੀ ਮੈਂ ਤੇਰੀ ਰਜ਼ਾ ਵਿੱਚ ਤੁਰਦਾ ਹਾਂ, ਚਾਹੇ ਦੁੱਖ ਹੈ ਜਾਂ ਸੁੱਖ ਹੈ। ਜੇ ਸੁੱਖ ਹੈ ਤਾਂ ਮੈਨੂੰ ਫਿਰ ਵੀ ਯਾਦ ਹੈ ਕਿ ਰੱਬੀ ਰਜ਼ਾ ਦੇ ਵਿੱਚ ਸੁੱਖ ਮਿਲਿਆ ਹੈ, ਤੇ ਜੇ ਕਿਤੇ ਜੀਵਨ ਵਿੱਚ ਦੁੱਖ ਆਇਆ ਹੈ ਨਾ, ਤਾਂ ਉੱਥੇ ਵੀ ਮੈਨੂੰ ਇਹ ਚੀਜ਼ ਯਾਦ ਹੈ ਕਿ ਮੈਂ ਕਿਤੇ ਰੱਬੀ ਰਜ਼ਾ ਦੇ ਉਲਟ ਕੀਤਾ ਹੈ ਤਾਂ ਦੁੱਖ ਆਇਆ ਹੈ। ਸੁੱਖ ਹੋਵੇ ਜਾਂ ਦੁੱਖ ਹੋਵੇ, ਮੈਂ ਤੈਨੂੰ ਸਿਮਰਦਾ ਹਾਂ। ਇੱਕ ਪਹੀਆ ਹੈ ਨਾ, ਬੱਸ ਦਾ, ਕਾਰ ਦਾ, ਸਾਈਕਲ ਦਾ ਪਹੀਆ ਚੱਲ ਰਿਹਾ ਹੈ, ਧਰਤੀ ਘੁੰਮ ਰਹੀ ਹੈ, ਟਾਈਮ ਨੇ ਚੱਲੀ ਜਾਣਾ ਹੈ। ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਜੇ ਹੁਣ ਦਿਨ ਹੈ ਨਾ, ਤਾਂ ਇਹ ਦਿਨ ਨੇ ਸਦਾ ਨਹੀਂ ਰਹਿਣਾ, ਰਾਤ ਆ ਜਾਣੀ ਹੈ, ਤੇ ਰਾਤ ਨੇ ਵੀ ਸਦਾ ਨਹੀਂ ਰਹਿਣਾ, ਅੱਗੋਂ ਦਿਨ ਆ ਜਾਣਾ ਹੈ। ਇਹ ਸਮੇਂ ਦਾ ਚੱਕਰ ਚੱਲਦਾ ਹੈ। ਇੱਥੇ ਸੁੱਖ ਔਰ ਦੁੱਖ ਆਉਂਦੇ ਰਹਿਣਗੇ, ਲੇਕਿਨ ਅਸੀਂ ਸੱਚ ਦੇ ਨਾਲ ਜੁੜੇ ਰਹਿਣਾ। ਔਰ ਦੂਜੀ ਗੱਲ ਹੈ, ਇਹਨਾਂ ਦੁੱਖਾਂ ਔਰ ਸੁੱਖਾਂ ਨੂੰ ਅਸੀਂ ਕਿਸ ਐਂਗਲ ਤੋਂ ਲੈਂਦੇ ਹਾਂ। ਗੁਰੂ ਜੀ ਨੇ ਸਾਨੂੰ ਬਹੁਤ ਵਧੀਆ ਐਂਗਲ ਦਿੱਤਾ ਹੈ। ਦੁੱਖ ਦਾਰੂ, ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ, ਦੁੱਖ ਨੂੰ ਦਾਰੂ ਬਣਾ ਲਓ, ਦੁੱਖ ਨੂੰ ਇਲਾਜ ਬਣਾ ਲਓ। ਦੁੱਖ ਇਲਾਜ ਹੈ ਔਰ ਸੁੱਖ ਰੋਗ ਬਣ ਜਾਂਦਾ ਹੈ। ਕਿਵੇਂ ਬਣ ਜਾਂਦਾ ਹੈ? ਕੋਈ ਬੱਚਾ ਸਕੂਲੇ ਜਦੋਂ ਜਾਂਦਾ ਹੈ ਤੇ ਉਸ ਬੱਚੇ ਦਾ ਕੀ ਹਾਲ ਹੁੰਦਾ ਹੈ, ਸਾਨੂੰ ਸਾਰਿਆਂ ਨੂੰ ਯਾਦ ਹੈ। ਜਿੱਦਣ ਸਾਨੂੰ ਪਹਿਲੇ ਦਿਨ ਸਕੂਲੇ ਛੱਡ ਕੇ ਆਏ ਸੀ, ਉਹ ਮੈਂ ਆਪਣੀ ਕਲਾਸ ਵਿੱਚ ਪਹਿਲਾਂ ਵੀ ਸੁਣਾਈ ਸੀ, ਮੈਂ ਸੁਣਾ ਦਿਆਂ, ਦੁਬਈ ਵਾਲੀਆਂ ਗੁੱਡੀਆਂ ਸੁਣ ਲੈਣਗੀਆਂ। ਕੋਈ ਬੱਚਾ ਸੀ ਤੇ ਉਹਨੇ ਵੇਖਿਆ ਵੀ ਬੱਕਰੀ ਫੜੀ ਕਸਾਈਆਂ ਨੇ, ਤੇ ਬੱਕਰੀ ਨੂੰ ਖਿੱਚ ਕੇ ਲਿਜਾਣ ਦੇ, ਤੇ ਉਹ ਵਿਚਾਰੀ ਮਿਆਂ ਮਿਆਂ ਕਰੇ ਤੇ ਪਿੱਛੇ ਨੂੰ ਖਿੱਚੇ। ਬੱਚੇ ਨੇ ਆਪਣੇ ਪਿਤਾ ਤੋਂ ਪੁੱਛਿਆ, ਪਿਤਾ ਜੀ ਆ ਬੱਕਰੀ ਮਿਆਂ ਮਿਆਂ ਕਿਉਂ ਕਰਦੀ, ਰੋਂਦੀ ਕਿਉਂ ਹੈ, ਮਿਆਂਕਦੀ ਕਿਉਂ ਹੈ? ਕਹਿੰਦਾ, ਪੁੱਤਰ ਇਹ ਕਸਾਈਆਂ ਦੇ ਵੱਸ ਪੈ ਗਈ ਹੈ, ਇਹਨੂੰ ਕਸਾਈ ਖਿੱਚ ਕੇ ਲਿਜਾ ਰਹੇ ਨੇ, ਇਹਨੂੰ ਲਿਜਾ ਕੇ ਝਟਕਾ ਦੇਣਗੇ, ਇਹਨੂੰ ਵੱਢ ਦੇਣਗੇ, ਇਹਦੀ ਖੱਲ ਲਾ ਦੇਣਗੇ, ਟੁਕੜੇ ਟੁਕੜੇ ਕਰਕੇ ਵੇਚ ਦੇਣਗੇ, ਤਾਂ ਰੋਂਦੀ ਹੈ। ਕਹਿੰਦਾ ਅੱਛਾ ਅੱਛਾ, ਮੈਂ ਸਮਝਿਆ ਵਿਚਾਰੀ ਨੂੰ ਸਕੂਲੇ ਛੱਡਣ ਚੱਲੇ ਨੇ, ਮੈਂ ਸਮਝਿਆ ਸਕੂਲੇ ਛੱਡ, ਕਿੰਨਾ ਔਖਾ ਹੈ ਨਾ ਸਕੂਲੇ ਜਾਣਾ। ਲੇਕਿਨ ਜੇ ਇਹਨੂੰ ਦੁੱਖ ਸਮਝ ਕੇ ਬੱਚਾ ਸਕੂਲੇ ਨਾ ਜਾਏ ਤਾਂ ਉਹ ਡਾਕਟਰ ਇੰਜੀਨੀਅਰ ਨਹੀਂ ਬਣ ਸਕਦਾ। ਜਿਨ੍ਹਾਂ ਨੇ 20-25 ਸਾਲ ਸਕੂਲਾਂ ਵਿੱਚ ਪੜ੍ਹਾਈ ਕੀਤੀ ਹੈ, ਅੱਜ ਉਹ ਡਾਕਟਰ ਇੰਜੀਨੀਅਰ ਵਿਗਿਆਨਿਕ ਨੇ। ਉਹ ਦੁੱਖ ਉਹਨਾਂ ਦਾ ਦਾਰੂ ਬਣਿਆ। ਅੱਜ ਇਹਨਾਂ ਦੇ ਕੋਲ ਕੋਠੀਆਂ ਨਾ, ਬੰਗਲੇ ਨੇ ਤੁਹਾਡੇ ਮਾਪਿਆਂ ਦੇ ਕੋਲ, ਤਾਂ ਉਹਨਾਂ ਨੇ ਬੜੇ ਦੁੱਖ ਸਹਾਰੇ ਨੇ। ਦੁੱਖ ਦਾ ਮਤਲਬ ਮਿਹਨਤ ਕੀਤੀ ਹੈ, ਫੈਕਟਰੀਆਂ ਕਾਰਖਾਨਿਆਂ ਵਿੱਚ ਕੰਮ ਕੀਤੇ ਨੇ, ਖੇਤੀ ਵਾਹੀ ਹੈ, ਤਾਂ ਉਹ ਸੁੱਖ ਅੱਜ ਮਾਣ ਰਹੇ ਨੇ ਏਸੀ ਬੰਗਲਿਆਂ ਦਾ। ਇਸ ਲਈ ਦੁੱਖ ਦਾਰੂ ਹੈ ਹਰ ਚੀਜ਼ ਦਾ। ਜੇ ਤੁਸੀਂ ਮਿਹਨਤ ਨਹੀਂ ਕਰੋਗੇ, ਉਦਮ ਨਹੀਂ ਕਰੋਗੇ, ਜੇ ਤੁਹਾਡਾ ਸੁੱਖ ਹੈ ਰੋਗ ਬਣ ਜਾਏਗਾ। ਜਿਨ੍ਹਾਂ ਨੇ ਹੁਣ ਆਪਣੇ ਬਾਡੀ ਬਿਲਡਰ ਨੇ, ਜਾਂ ਜਿਹੜੇ ਸੈਰ ਕਰਦੇ ਨੇ, ਯਾਤਰਾ ਕਰਦੇ ਨੇ, ਸੈਰ ਕਰਦੇ ਨੇ, ਕਸਰਤ ਕਰਦੇ ਨੇ, ਦੁੱਖ ਹੈ ਨਾ ਸਵੇਰੇ ਉੱਠ ਕੇ ਜਿਮ ਜਾਣਾ ਜਾਂ ਕੁਝ ਕਰਨਾ, ਪਰ ਉਹ ਅਰੋਗ ਨੇ, ਉਹਨਾਂ ਦਾ weight ਨਹੀਂ ਵੱਧਦਾ ਉਹ ਇਹਨਾਂ ਚੀਜ਼ਾਂ ਤੋਂ। ਤੇ ਜਿਹੜੇ ਸਾਡੇ ਵਰਗੇ ਸੁਖੀ ਨੇ, ਆਰਾਮ ਨਾਲ ਪਏ ਨੇ, 3-4 ਪਰੌਂਠੇ ਖਾ ਕੇ ਮਗਰਮੱਛ ਵਾਂਗੂ ਲੇਟੇ, ਪੇਟ ਵੱਧ ਜਾਂਦਾ ਹੈ, ਸ਼ੂਗਰ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ, ਸੁੱਖ ਰੋਗ ਬਣ ਗਿਆ ਨਾ। ਸੁੱਖ ਦੇ ਵਿੱਚ ਲੱਗੇ ਗੇਮਾਂ ਖੇਲਣ, ਪੜ੍ਹਾਈ ਖਤਮ ਹੋ ਗਈ, ਰੋਗ ਬਣ ਗਿਆ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਸੁੱਖ ਹੋਵੇ ਜਾਂ ਦੁੱਖ ਹੋਵੇ, ਮੈਂ ਤੈਨੂੰ ਯਾਦ ਰੱਖਣਾ, ਮੈਂ ਤੇਰੇ ਗੁਣਾਂ ਨੂੰ ਯਾਦ ਰੱਖਣਾ, ਮੈਂ ਤੇਰੇ ਸਿਸਟਮ ਨੂੰ ਯਾਦ ਰੱਖਦਾ, ਔਰ ਤੇਰੇ ਗੁਣਾਂ ਨੂੰ ਨਹੀਂ ਮੈਂ ਭੁੱਲਦਾ। ਇਹ ਸੁਮਤ ਗੁਰੂ ਤੇ ਪਾਈ। ਇਹ ਜਿਹੜੀ ਚੰਗੀ ਅਕਲ ਹੈ ਨਾ, ਇਹ ਮੈਂ ਗੁਰੂ ਤੋਂ ਪਾਈ ਹੈ। ਇਹ ਚੰਗੀ ਅਕਲ, ਇਹ ਚੰਗੀ ਸੋਚ ਸਾਨੂੰ ਗੁਰੂ ਤੋਂ ਮਿਲੇਗੀ, ਗੁਰਬਾਣੀ ਤੋਂ ਮਿਲੇਗੀ। ਜੇ ਕਿਸੇ ਬਾਬੇ ਕੋਲ ਜਾਓਗੇ ਨਾ, ਉਹ ਤੁਹਾਨੂੰ ਕਹਿਣਗੇ ਸੁੱਖ ਨਾ ਸੁੱਖ ਲੋ। ਗੁਰੂ ਨੇ ਇਹ ਗੱਲ ਨਹੀਂ ਕਹਿਣੀ। ਗੁਰੂ ਨੇ ਕਹਿਣਾ, ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਗੁਰੂ ਜੀ ਤੁਹਾਨੂੰ ਕਹਿਣਗੇ, ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਜੋ ਚੰਗੇ ਜੀਵਨ ਦੀ ਜੁਗਤ ਦੀ ਮੱਤ ਹੈ, ਇਹ ਮੈਂ ਆਪਣੇ ਗੁਰੂ ਤੋਂ ਪ੍ਰਾਪਤ ਕੀਤੀ ਹੈ। ਨਾਨਕ ਕੀ ਧਰ ਤੂੰ ਹੈ ਠਾਕੁਰ,
ਹਰ ਰੰਗ ਪਾਰ ਪਰੀਵਾ ਜੀਵੋ। ਪਰੀਵਾ ਦਾ ਮਤਲਬ ਪੈਂਦਾ ਹਾਂ, ਲੰਘ ਸਕਦਾ ਹਾਂ। ਧਰ ਦਾ ਮਤਲਬ ਆਸਰਾ। ਹਰ ਰੰਗ ਦਾ ਮਤਲਬ ਰੱਬੀ ਪ੍ਰੇਮ। ਹੇ ਸਭ ਜੀਵਾਂ ਦੇ ਪਾਲਣਹਾਰ, ਨਾਨਕ ਦਾ ਆਸਰਾ ਤੂੰ ਹੀ ਹੈ। ਪ੍ਰਭੂ ਦੇ ਪ੍ਰੇਮ ਰੰਗ ਵਿੱਚ ਲੀਨ ਹੋ ਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ। ਤੇ ਸੰਸਾਰ ਸਮੁੰਦਰ ਬਾਹਰ ਨਹੀਂ ਹੈ, ਸੰਸਾਰ ਸਮੁੰਦਰ ਸਾਡੇ ਅੰਦਰ ਹੈ। ਜਿੰਨੇ ਵੀ ਈਰਖਾ, ਦਵੈਸ਼, ਵੈਰ ਵਿਰੋਧ, ਨੈਗੇਟਿਵਿਟੀ, ਓਵਰ ਥਿੰਕਿੰਗ, ਢਹਿੰਦੀ ਕਲਾ, ਪਾਪ, ਅਪਰਾਧ ਸੋਚ ਦੇ ਅੰਦਰ ਨੇ। ਇਹਨਾਂ ਦੇ ਵਿੱਚੋਂ ਪਾਰ ਲੰਘਣਾ ਇਹ ਔਖਾ ਹੈ। ਪਰ ਗੁਰੂ ਜੀ ਕਹਿੰਦੇ ਨੇ ਜਦੋਂ ਮੈਂ ਤੇਰੇ ਨਾਲ ਪ੍ਰੇਮ ਕਰਦਾ ਉਦੋਂ ਮੈਂ ਇਹਨਾਂ ਔਗਣਾਂ ਚੋਂ ਪਾਰ ਲੰਘ ਜਾਂਦਾ। ਇਸ ਲਈ ਜੇ ਇਹਨਾਂ ਵਿਕਾਰਾਂ ਚੋਂ ਪਾਰ ਲੰਘਣਾ ਹੈ ਤਾਂ ਸੱਚ ਨਾਲ ਪਿਆਰ ਕਰੋ, ਦਇਆ ਨਾਲ ਪਿਆਰ ਕਰੋ, ਰੱਬੀ ਗੁਣਾਂ ਦੇ ਨਾਲ ਪਿਆਰ ਕਰੋ। ਮਾਝ ਮਹਿਲਾ ਪੰਜਵਾਂ। ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਗੁਰੂ ਜੀ ਕਹਿੰਦੇ ਨੇ ਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਂ ਸਤਿਗੁਰ ਨੂੰ ਮਿਲਿਆ। ਉਹ ਵੇਲਾ ਭਾਗਾਂ ਵਾਲਾ, ਧੰਤਾ ਯੋਗ, ਮੁਬਾਰਕ, ਮਹਾਨ ਸੀ ਉਹ ਸਮਾਂ ਜਦੋਂ ਮੈਂ ਗੁਰੂ ਨੂੰ ਮਿਲਿਆ। ਸਾਡੀ ਜ਼ਿੰਦਗੀ ਦਾ ਜੇ ਕੋਈ ਸਭ ਤੋਂ ਕੀਮਤੀ ਸਮਾਂ ਹੈ ਨਾ, ਉਹ ਹੈ ਜਦੋਂ ਅਸੀਂ ਗੁਰੂ ਦੇ ਨਾਲ ਮਿਲਦੇ ਹਾਂ। ਗੁਰੂ ਨਾਲ ਮਿਲਣ ਦਾ ਮਤਲਬ ਕੱਲਾ ਮੱਥਾ ਟੇਕਣਾ ਨਹੀਂ ਹੈ। ਗੁਰੂ ਨੂੰ ਮਿਲਣ ਦਾ ਮਤਲਬ ਜਦੋਂ ਅਸੀਂ ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦਿੰਦੇ ਹਾਂ, ਜਦੋਂ ਅਸੀਂ ਆਪਣੇ ਮਨ ਦੀ ਭੈੜੀ ਮੱਤ ਨੂੰ ਛੱਡ ਕੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦੇ ਹਾਂ। ਉਹ ਪ੍ਰਣ ਕਰਨਾ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਹੈ। ਜਦੋਂ ਮੈਂ ਗੁਰੂ ਨੂੰ ਮਿਲ ਪਿਆ, ਜੇ ਨਾ ਮਿਲਦਾ ਤਾਂ ਫਿਰ ਮੇਰਾ ਕੀ ਹੁੰਦਾ? ਦੇਖੋ ਹੁਣ ਇਤਿਹਾਸ ਵੱਲ ਝਾਤ ਮਾਰੋ। ਸੱਜਣ ਸ਼ੇਖ ਜਿਹੜਾ ਕਾਤਲ ਸੀ, ਆਏ ਗਏ ਬੰਦਿਆਂ ਨੂੰ ਕਤਲ ਕਰਦਾ, ਲੋਕਾਂ ਨੂੰ ਲੁੱਟਦਾ ਸੀ, ਜੇ ਗੁਰੂ ਨਾਨਕ ਦੇਵ ਉਹਨੂੰ ਨਾ ਮਿਲਦੇ ਤਾਂ ਉਹਦਾ ਕੀ ਬਣਨਾ ਸੀ? ਲੁਟੇਰਾ ਹੀ ਰਹਿਣਾ ਸੀ ਨਾ ਸਾਰੀ ਜ਼ਿੰਦਗੀ। ਕੌਡਾ ਭੀਲ, ਜਿਹਨੂੰ ਅਸੀਂ ਕੌਡਾ ਰਾਖਸ਼ ਕਹਿੰਦੇ ਆ, ਜੋ ਲੋਕਾਂ ਨੂੰ ਉਬਲਦੇ ਤੇਲ ਵਿੱਚ ਤਲ ਤਲ ਕੇ ਮਾਰਦਾ ਸੀ, ਜੇ ਗੁਰੂ ਨਾਨਕ ਦੇਵ ਨੂੰ ਨਾ ਮਿਲਦੇ ਫਿਰ? ਗੁਰੂ ਅੰਗਦ ਪਾਤਸ਼ਾਹ ਜੀ, ਜਿਨ੍ਹਾਂ ਦਾ ਨਾਮ ਲੈਣਾ ਸੀ, ਜੇ ਗੁਰੂ ਨਾਨਕ ਪਾਤਸ਼ਾਹ ਨੂੰ ਨਾ ਮਿਲਦੇ ਤਾਂ ਲੈਣਾ ਜੀ ਤਾਂ ਪੈਰਾਂ ਵਿੱਚ ਘੁੰਗਰੂ ਪਾ ਕੇ ਨੱਚਦੇ ਸਨ ਦੇਵੀ ਅੱਗੇ, ਦੇਵੀ ਦੀ ਪੂਜਾ ਲਈ ਜਾਂਦੇ ਸਨ, ਜਥੇ ਨੂੰ ਲੈ ਕੇ ਜਾਂਦੇ ਸਨ। ਫਿਰ ਉਹਨਾਂ ਦੀ ਜ਼ਿੰਦਗੀ ਐਵੇਂ ਰਹਿਣੀ ਸੀ ਨਾ। ਗੁਰੂ ਨਾਨਕ ਦੇਵ ਨੂੰ ਮਿਲੇ, ਸਾਰੇ ਕਰਮਕਾਂਡ ਛੱਡ ਦਿੱਤੇ ਤਾਂ ਗੁਰੂ ਅੰਗਦ ਪਾਤਸ਼ਾਹ ਬਣ ਗਏ ਨਾ। ਜੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਨਾ ਮਿਲਦੇ ਤਾਂ ਗੁਰੂ ਅਮਰਦਾਸ ਜੀ ਤਾਂ ਗੰਗਾ ਦੇ ਤੇ ਤੀਰਥਾਂ ਦੇ ਇਸ਼ਨਾਨ ਕਰਨ ਜਾਂਦੇ ਸੀ, 22 ਵਾਰ ਗੰਗਾ ਤੇ ਗਏ। ਹੁਣ ਤੁਸੀਂ 22 ਵਾਰ ਜਾਣਾ ਹੋਵੇ ਨਾ ਮਹੀਨੇ ਵਿੱਚ, ਬੇਸ਼ੱਕ 22 ਵਾਰ ਗੰਗਾ ਤੇ ਜਾਇਓ, ਰੋਜ਼ ਫਲਾਈਟ ਲਿਆਓ ਤੇ ਚਲੇ ਜਾਓ, ਸੁੱਖ ਹੈ। ਪਰ ਉਦੋਂ ਜਦੋਂ ਕੋਈ ਸਾਧਨ ਨਹੀਂ ਸੀ, ਪੈਦਲ ਜਾਂ ਘੋੜਿਆਂ ਤੇ ਜਾਂਦੇ ਸੀ, 6 ਮਹੀਨੇ ਲੱਗਦੇ ਸੀ ਘੱਟ ਤੋਂ ਘੱਟ ਪੰਜਾਬ ਤੋਂ ਆਉਣ ਜਾਣ ਵਿੱਚ। 6 ਮਹੀਨੇ ਆਉਣ ਜਾਣ ਵਿੱਚ ਲਾਣੇ, 6 ਮਹੀਨੇ ਘਰ ਦਾ ਕਾਰੋਬਾਰ ਛੱਡਣਾ, 6 ਮਹੀਨੇ ਦਾ ਖਰਚਾ ਲੈ ਕੇ ਜਾਣਾ, ਨਾਲ ਰਾਹ ਦੀਆਂ ਤਕਲੀਫਾਂ। ਕਿੰਨਾ ਔਖਾ ਸੀ। ਤੇ ਜੇ ਗੁਰੂ ਅੰਗਦ ਦੇਵ ਜੀ ਨੂੰ ਨਾ ਮਿਲਦੇ, ਉਹਨਾਂ ਦੀ ਜ਼ਿੰਦਗੀ ਤੇ ਐਵੇਂ ਹੀ ਰਹਿਣੀ ਸੀ ਨਾ। ਪਰ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤਾਂ ਫਿਰ ਉਹਨਾਂ ਦਾ ਜੀਵਨ ਬਦਲ ਗਿਆ। ਰਾਮਦਾਸ ਗੁਰੂ ਜੀ, ਜੇ ਗੁਰੂ ਅਮਰਦਾਸ ਨੂੰ ਨਾ ਮਿਲਦੇ ਕੀ ਹੁੰਦਾ? ਹੁਣ ਜੇ ਅਸੀਂ ਆਪਣੀ ਗੱਲ ਕਰੀਏ, ਜੇ ਮੰਨ ਲਓ ਸਪੋਜ਼ ਮੈਂ ਹੁਣ ਗੁਰੂ ਨੂੰ ਨਾ ਮਿਲਦਾ, ਗੁਰਬਾਣੀ ਨਾ ਪੜਦਾ, ਤਾਂ ਮੇਰਾ ਕੀ ਹਾਲ ਹੋਣਾ ਸੀ? ਹੋ ਸਕਦਾ ਮੈਂ ਸ਼ਰਾਬੀ ਹੁੰਦਾ, ਜੁਆਰੀ ਹੁੰਦਾ, ਜਿੰਨੇ ਆ ਲੋਕ ਪਖੰਡ ਕਰ ਰਹੇ ਨੇ ਮੈਂ ਵੀ ਉਹ ਪਖੰਡ ਕਰ ਰਿਹਾ ਹੁੰਦਾ। ਤਾਂ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਵੇਲਾ ਉਹ ਹੁੰਦਾ ਹੈ ਜਦੋਂ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਹਾਂ। ਜੇ ਆਪਣੇ ਜੀਵਨ ਨੂੰ ਕੀਮਤੀ ਬਣਾਉਣਾ ਚਾਹੁੰਦੇ ਹੋ ਤਾਂ ਕੋਈ ਵੀ ਇਨਸਾਨ ਗੁਰੂ ਨਾਲ ਮਿਲੇ, ਮੀਨਸ ਕਿ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਸਫਲ ਦਾ ਮਤਲਬ ਫਲ ਦੇਣ ਵਾਲਾ। ਗੁਰੂ ਦਾ ਦਰਸ਼ਨ ਮੇਰੇ ਲਈ ਫਲ ਦੇ ਦਾਇਕ ਹੋ ਗਿਆ। ਇਹਨਾਂ ਅੱਖਾਂ ਨਾਲ ਮੈਂ ਗੁਰੂ ਦਾ ਦਰਸ਼ਨ ਕਰਦਿਆਂ ਹੀ ਵਿਕਾਰਾਂ ਤੋਂ ਤਰ ਗਿਆ। ਤੇ ਗੁਰੂ ਦੇ ਦਰਸ਼ਨ ਦਾ ਮਤਲਬ ਹੈ ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ। ਜਦੋਂ ਮੈਂ ਗੁਰੂ ਦੇ ਦਰਸ਼ਨ ਨੂੰ ਅਪਣਾਇਆ, ਜਦੋਂ ਮੈਂ ਗੁਰੂ ਦੇ ਗਿਆਨ ਦਾ ਧਾਰਨੀ ਹੋਇਆ,
ਅੱਖਾਂ ਦੇ ਨਾਲ ਗੁਰੂ ਦੇ ਦੀਦਾਰ ਕੀਤੇ, ਗੁਰੂ ਦੇ ਰਾਹ ਨੂੰ ਵੇਖਿਆ, ਗੁਰੂ ਦਾ ਨਜ਼ਰੀਆ ਮੈਂ ਅਪਣਾਇਆ, ਮੇਰਾ ਪਾਰ ਉਤਾਰਾ ਹੋ ਗਿਆ, ਤਰ ਗਿਆ, ਮੈਂ ਵਿਕਾਰਾਂ ਤੋਂ ਰਹਿਤ ਹੋ ਗਿਆ। ਹੁਣ ਨਾ ਸਾਨੂੰ ਆਮ ਇੱਕ ਭੁਲੇਖਾ ਪਾਇਆ ਜਾਂਦਾ ਹੈ, ਜੇ ਕੋਈ ਕਹੇ ਨਾ ਅੰਮ੍ਰਿਤ ਪਾਨ ਕਰੋ ਤੇ ਸਾਨੂੰ ਨਾ ਕਾਫੀ ਡਰ ਜਿਹਾ ਲੱਗਦਾ ਹੈ। ਬੱਚਿਆਂ ਨੂੰ ਕਹੀਏ, ਲੋਕ ਮਾਂ ਪਿਓ ਕਹਿ ਦਿੰਦੇ ਨੇ ਇਹਨਾਂ ਤੋਂ ਰਹਿਤ ਨਹੀਂ ਰਹਿਣੀ। ਨੌਜਵਾਨਾਂ ਨੂੰ ਕਹੀਏ ਨਾ ਬੇਟਾ ਅੰਮ੍ਰਿਤ ਛਕ ਲਓ, ਬਾਣੀ ਪੜਿਆ ਕਰੋ, ਉਹ ਅੱਗੋਂ ਹੱਸ ਕੇ ਕਹਿੰਦੇ ਨੇ ਭਾਜੀ ਹਾਲ ਤੇ ਖਾਣ ਪੀਣ ਦੀ ਉਮਰ ਹੈ, ਬੁੱਢੇ ਹੋ ਕੇ ਨਾਮ ਹੀ ਜਪਣਾ ਹੈ। ਤੇ ਜੇ ਕਿਸੇ ਬਾਪੂ ਨੂੰ ਕਹੀਏ, ਬਾਪੂ ਜੀ ਮੇਰੇ ਵਰਗੇ ਨੂੰ ਕਹੀਏ ਬਾਪੂ ਜੀ ਅੰਮ੍ਰਿਤ ਛਕ ਲਓ, ਉਹ ਕਹਿੰਦਾ ਬੇਟਾ ਹੁਣ ਤੇ ਮੂੰਹ 'ਚ ਦੰਦ ਨਹੀਂ ਰਹੇ ਤੇ ਅੰਮ੍ਰਿਤ। ਬੰਦਾ ਪੁੱਛੇ ਵੀ ਦੰਦਾਂ ਨਾਲ ਅਖਰੋਟ ਚੱਬਣੇ ਨੇ, ਹੁਣ ਤੇ ਅਗਾਂ ਹੀ ਪੁੱਤਰ ਚੱਲ ਕੇ ਅੰਮ੍ਰਿਤ ਛਕਾਂਗੇ, ਜਿਵੇਂ ਧਰਮਰਾਜ ਨੇ ਖੰਡਾ ਬਾਟਾ ਮਾਂਜ ਕੇ ਧਰਿਆ ਪਿਓ ਨੂੰ ਜਾਣਿਆ ਤੈਨੂੰ ਅੰਮ੍ਰਿਤ ਛਕਾਣਾ। ਕੈਸੀ ਸਾਡੇ ਹਾਲਾਤ ਹੈ ਨਾ। ਸਾਨੂੰ ਇਹ ਦੱਸ ਦਿੱਤਾ ਗਿਆ ਕਿ ਰਹਿਤ ਰੱਖਣੀ ਬੜੀ ਔਖੀ ਹੈ। ਇਹ ਚੀਜ਼ਾਂ ਬਾਰ-ਬਾਰ ਸੁਣਨ ਨੂੰ ਮਿਲੀਆਂ, ਰਹਿਤ ਰੱਖਣੀ ਬਹੁਤ ਔਖੀ ਹੈ, ਧਰਮ ਦੇ ਰਾਹ ਤੇ ਤੁਰਨਾ ਬਹੁਤ ਔਖਾ ਹੈ, ਬਾਣੀ ਪੜ੍ਹਨੀ ਬਹੁਤ ਔਖੀ ਹੈ, ਬਾਣੀ ਨੂੰ ਪੜ੍ਹਨਾ ਬਹੁਤ ਔਖਾ ਹੈ, ਬਾਣੀ ਮੁਤਾਬਕ ਤੇ ਜ਼ਿੰਦਗੀ ਜੀਵੀ ਨਹੀਂ ਜਾ ਸਕਦੀ। ਇਹ ਸਾਡੇ ਦਿਮਾਗ ਵਿੱਚ ਬਹਿ ਗਈਆਂ ਗੱਲਾਂ, ਕਿਉਂਕਿ ਬਾਰ-ਬਾਰ ਸੁਣੀਆਂ ਨੇ। ਸਾਡਾ ਇਹ 'ਚ ਕਸੂਰ ਕੋਈ ਨਹੀਂ, ਪਰ ਗੱਲ ਇਹਦੇ ਬਿਲਕੁਲ ਉਲਟ ਹੈ। ਹੁਣ ਅਸੀਂ ਕਹੀਏ ਕਿ ਰਹਿਤ ਰੱਖਣੀ ਬੜੀ ਔਖੀ ਹੈ, ਤਾਂ ਇਹ ਗੱਲ ਹੀ ਗਲਤ ਹੈ। ਮੈਂ ਪਹਿਲਾਂ ਹੀ ਐਕਸਪਲੇਨ ਕੀਤਾ ਹੈ ਕਈ ਵਾਰੀ। ਹੁਣ ਜੇ ਤੁਸੀਂ ਮੇਰੇ ਤੋਂ ਪੁੱਛੋ ਵੀ ਭਾਈ ਮੋਹਰ ਸਿੰਘ ਤੂੰ ਰਹਿਤ ਰੱਖਣਾ ਹੈ, ਤਾਂ ਸੱਚਾਈ ਹੈ ਮੈਂ ਕਹਾਂਗਾ ਨਾ, ਬਿਲਕੁਲ ਵੀ ਨਾ। ਮੇਰੇ 'ਚ ਇੰਨੀ ਹਿੰਮਤ ਹੀ ਨਹੀਂ ਕਿ ਮੈਂ ਰਹਿਤ ਰੱਖਾਂ। ਮੈਂ ਸੰਨ 84 ਵਿੱਚ ਅੰਮ੍ਰਿਤਪਾਨ ਕੀਤਾ ਸੀ, ਮੈਂ ਅੱਜ ਤੱਕ ਰਹਿਤ ਨਹੀਂ ਰੱਖੀ। ਮੈਨੂੰ ਰਹਿਤ ਨੇ ਰੱਖਿਆ ਹੋਇਆ ਹੈ। ਜੇ ਮੈਂ ਅੰਮ੍ਰਿਤਪਾਨ ਨਾ ਕਰਦਾ, ਹੋ ਸਕਦਾ ਮੈਂ ਸ਼ਰਾਬ ਵਗੈਰਾ ਪੀਣ ਲੱਗ ਜਾਂਦਾ, ਤਾਂ ਰਹਿਤ ਨੇ ਮੈਨੂੰ ਸ਼ਰਾਬ ਪੀਣ ਤੋਂ ਬਚਾ ਲਿਆ, ਰਹਿਤ ਨੇ ਮੈਨੂੰ ਝੂਠ ਫਰੇਬ ਤੋਂ ਬਚਾ ਲਿਆ, ਰਹਿਤ ਨੇ ਮੈਨੂੰ ਕਰੈਕਟਰਲੈਸ ਹੋਣ ਤੋਂ ਬਚਾ ਲਿਆ, ਰਹਿਤ ਨੇ ਮੈਨੂੰ ਜਾਤੀਵਾਦ ਤੋਂ ਬਚਾ ਲਿਆ, ਰਹਿਤ ਨੇ ਮੈਨੂੰ ਨਰਕਾਂ ਸਵਰਗਾਂ ਦੇ ਚੱਕਰਾਂ ਤੋਂ ਬਚਾ ਲਿਆ, ਰਹਿਤ ਨੇ ਮੈਨੂੰ ਬਾਬਿਆਂ ਤੋਂ ਬਚਾ ਲਿਆ, ਰਹਿਤ ਨੇ ਮੈਨੂੰ ਜਾਤੀਵਾਦ ਤੋਂ ਬਚਾ ਲਿਆ, ਰਹਿਤ ਨੇ ਮੈਨੂੰ ਪਖੰਡਾਂ ਤੋਂ ਬਚਾ ਲਿਆ। ਹੁਣ ਦੱਸੋ ਰਹਿਤ ਮੈਨੂੰ ਰੱਖ ਰਹੀ ਹੈ ਕਿ ਮੈਂ ਰਹਿਤ ਨੂੰ ਰੱਖ ਰਿਹਾ? ਹੈ ਨਾ। ਇਸ ਲਈ ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਹੀ ਉਲਟੀਆਂ। ਅਸੀਂ ਸੱਚ ਨੂੰ ਥੋੜਾ ਬਚਾਣਾ ਹੈ, ਸੱਚ ਸਾਨੂੰ ਬਚਾਏਗਾ, ਸੱਚ ਸਾਡੇ ਅੰਦਰੋਂ ਇਨਸਾਨੀਅਤ ਨੂੰ ਬਚਾਏਗਾ। ਇਸ ਲਈ ਜਦੋਂ ਮੈਂ ਗੁਰੂ ਦਾ ਦਰਸ਼ਨ ਕੀਤਾ, ਗੁਰੂ ਤੋਂ ਗਿਆਨ ਦੀ ਦਾਤ ਲਈ, ਮੇਰਾ ਪਾਰ ਉਤਾਰਾ ਹੋ ਗਿਆ, ਮੈਂ ਇਹਨਾਂ ਵਿਕਾਰਾਂ ਤੋਂ ਤਰ ਗਿਆ। ਧਨ ਮੂਰਤ ਚੱਸੇ ਪਲ ਘੜੀਆਂ, ਧਨ ਸੋ ਓਏ ਸੰਜੋਗਾ ਜੀਓ। ਮੂਰਤ ਦਾ ਮਤਲਬ ਮਹੂਰਤ, 2 ਘੜੀਆਂ ਦੇ ਸਮੇਂ ਨੂੰ ਮਹੂਰਤ ਕਹਿੰਦੇ ਨੇ। ਪਲ ਦਾ ਮਤਲਬ ਪਲ, ਚੱਸੇ ਦਾ ਮਤਲਬ ਅੱਖ ਝਮਕਣ ਜਿੰਨਾ ਜੋ ਸਮਾਂ ਹੈ। ਧਨ ਸੋ ਓਏ ਸੰਜੋਗਾ ਜੀਓ, ਸੰਜੋਗਾ ਦਾ ਮਤਲਬ ਮਿਲਾਪ ਦਾ ਸਮਾਂ। ਮੇਰੇ ਵਾਸਤੇ ਉਹ ਮਹੂਰਤ, ਉਹ ਚੱਸੇ, ਉਹ ਪਲ, ਉਹ ਘੜੀਆਂ, ਮਿਲਾਪ ਦੇ ਸਾਰੇ ਸੰਜੋਗ ਭਾਗਾਂ ਵਾਲੇ ਨੇ। ਜਦੋਂ ਮੈਂ ਗੁਰੂ ਨੂੰ ਮਿਲਿਆ, ਹਰ ਘੜੀ, ਹਰ ਪਲ, ਹਰ ਕਾਰਨ, ਜਿਹੜੇ ਕਾਰਨ ਸਨ, ਜਿਨ੍ਹਾਂ ਕਾਰਨਾਂ ਕਰਕੇ ਮੈਂ ਗੁਰੂ ਨੂੰ ਜਾ ਮਿਲਿਆ, ਉਹ ਸਾਰੇ ਹੀ ਭਾਗਾਂ ਵਾਲੇ ਨੇ, ਉਹ ਮਹਾਨ ਨੇ। ਯਾਨੀ ਤੁਹਾਡਾ ਉਹ ਸਮਾਂ ਸਫਲਾ ਹੈ ਜਿਹੜੇ ਸਮੇਂ ਤੁਸੀਂ ਗੁਰਬਾਣੀ ਮੁਤਾਬਕ ਸੋਚਦੇ ਜਾਂ ਜ਼ਿੰਦਗੀ ਜੀਂਦੇ ਹੋ। ਉਦਮ ਕਰਤ ਮਨ ਨਿਰਮਲ ਹੋਆ। ਹੁਣ ਜਦੋਂ ਮੈਂ ਗੁਰੂ ਦੇ ਆਸ਼ੇ ਮੁਤਾਬਕ ਚੱਲਣ ਦਾ ਉਦਮ ਕੀਤਾ, ਤਾਂ ਮੇਰਾ ਮਨ ਨਿਰਮਲ ਹੋ ਗਿਆ। ਉਦਮ ਕਰਨਾ ਪਏਗਾ ਨਾ, ਸੱਚ ਬੋਲਣ ਲਈ ਉਦਮ ਕਰਨਾ ਪਵੇਗਾ। ਗੁਰੂ ਜੀ ਕਹਿੰਦੇ ਨੇ ਉਦਮ ਕਰੇਂਦਿਆਂ ਜੀਓ ਤੂੰ। ਉਦਮ ਕਰੋਗੇ ਤੁਹਾਡਾ ਮਨ ਨਿਰਮਲ ਹੋ ਜਾਏਗਾ। ਗੁਰਬਾਣੀ ਮੁਤਾਬਕ ਸੋਚਣਾ, ਗੁਰਬਾਣੀ ਮੁਤਾਬਕ ਬੋਲਣਾ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ, ਆਪਣੀ ਕਿਰਤ ਕਰਨੀ, ਇਮਾਨਦਾਰੀ ਨਾਲ ਜੀਵਨ ਜੀਣਾ, ਇਹਨਾਂ ਵਾਸਤੇ ਉਦਮ ਕਰੋ। ਤੇ ਜਿਵੇਂ ਜਿਵੇਂ ਉਦਮ ਕਰੋਗੇ ਮਨ ਨਿਰਮਲ ਹੋ ਜਾਏਗਾ, ਮੈਲ ਤੋਂ ਰਹਿਤ ਹੋ ਜਾਏਗਾ। ਸੱਚ ਬੋਲਣ ਲਈ ਉਦਮ ਕਰੋਗੇ ਤਾਂ ਝੂਠ ਦੀ ਮੈਲ ਉਤਰ ਜਾਏਗੀ। ਪ੍ਰੇਮ ਦੇ ਨਾਲ ਉਦਮ ਕਰੋਗੇ, ਪ੍ਰੇਮ ਲਈ ਈਰਖਾ ਮਨ ਚੋਂ ਚਲੀ ਜਾਏਗੀ। ਹੰਕਾਰ ਵਾਸਤੇ ਨਿਮਰਤਾ ਲਈ ਉਦਮ ਕਰੋਗੇ, ਹੰਕਾਰ ਮਨ ਚੋਂ ਚਲਾ ਜਾਏਗਾ। ਉਦਮ ਕਰਤ ਮਨ ਨਿਰਮਲ ਹੋਵਾ। ਜਦੋਂ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕੀਤੀ, ਮੇਰੀ ਮੈਂਟੈਲਿਟੀ, ਮੇਰਾ ਮਨ ਬਿਲਕੁਲ ਮੈਲ ਤੋਂ ਰਹਿਤ ਹੋ ਗਿਆ। ਹਰ ਮਾਰਗ ਚਲਤ ਭਰਮ ਸਗਲਾ ਖੋਇਆ। ਭਰਮ ਦਾ ਮਤਲਬ ਭਟਕਣਾ, ਭੁਲੇਖਾ। ਪ੍ਰਭੂ ਦੇ ਮਾਰਗ ਤੇ ਤੁਰਦਿਆਂ ਮੇਰੇ ਸਾਰੇ ਭੁਲੇਖੇ ਮੁੱਕ ਗਏ, ਖਤਮ ਹੋ ਗਏ। ਕੋਈ ਭੁਲੇਖਾ ਨਹੀਂ ਰਿਹਾ, ਹੁਣ ਭਰਮ ਨਹੀਂ ਰਿਹਾ।
ਭਰਮ ਕਿਹਨੂੰ ਕਹਿੰਦੇ ਨੇ? ਜਿਹੜੀ ਚੀਜ਼ ਹੋਰ ਹੋਵੇ ਤੇ ਦਿਸੇ ਕੋਈ ਹੋਰ। ਹੈ ਰੱਸੀ ਦੇ ਸੱਪ ਰਿਹਾ ਹੈ। ਰਾਤ ਨੂੰ ਸੁਪਨਾ ਆ ਜਾਏ ਕਿ ਮੈਂ ਰਾਜਾ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ ਇੰਗਲੈਂਡ ਦਾ। ਰਾਤ ਨੂੰ ਆ ਜਾਏ ਸੁਪਨਾ ਵੀ ਮੈਂ ਪ੍ਰਧਾਨ ਮੰਤਰੀ ਆ ਇੰਗਲੈਂਡ ਦਾ, ਤੇ ਸਵੇਰੇ ਮੈਂ ਉੱਠ ਕੇ ਪ੍ਰਧਾਨ ਮੰਤਰੀ ਵਾਲੀ ਕੁਰਸੀ ਵੱਲ ਜਾਵਾਂ ਵੀ ਮੈਂ ਤੇ ਪ੍ਰਧਾਨ ਮੰਤਰੀ ਆ, ਤੇ ਕੀ ਹਾਲ ਹੋਏਗਾ? ਭੁਲੇਖਾ ਹੈ ਨਾ। ਭੁਲੇਖਾ ਨਹੀਂ ਰਿਹਾ, ਹੁਣ ਅਸਲੀਅਤ ਦਾ ਪਤਾ ਲੱਗ ਗਿਆ। ਜਦੋਂ ਮੈਂ ਰੱਬ ਦੇ ਰਾਹਾਂ ਤੇ ਤੁਰਿਆ, ਮੇਰੀ ਜ਼ਿੰਦਗੀ ਚੋਂ ਭੁਲੇਖੇ ਖਤਮ ਹੋ ਗਏ। ਸਭ ਤੋਂ ਪਹਿਲਾ ਭੁਲੇਖਾ ਤੇ ਮੇਰਾ ਇਹ ਮੁੱਕਿਆ ਕਿ ਮੈਂ ਰੱਬ ਤੋਂ ਵੱਖਰਾ ਹਾਂ। ਇਹ ਭੁਲੇਖਾ ਹੀ ਹੈ ਨਾ। ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕੇ ਤੂੰ ਪਿਆ ਜਾ ਕੋ ਕਹਤਾ ਔਰ। ਮੇਰਾ ਭੁਲੇਖਾ ਮੁੱਕ ਗਿਆ ਵੀ ਰੱਬ ਉੱਤੇ ਬੈਠਾ, ਮੈਨੂੰ ਆ ਦੁਨੀਆ ਹੀ ਰੱਬ ਦਾ ਰੂਪ ਦਿਸਣ ਲੱਗ ਪਈ। ਮੈਨੂੰ ਭੁਲੇਖਾ ਸੀ ਵੀ ਕੁਛ ਲੋਕ ਮੇਰੇ ਆਪਣੇ ਤੇ ਕੁਛ ਬੇਗਾਨੇ ਨੇ। ਇਹ ਭੁਲੇਖੇ ਖਤਮ ਹੋ ਗਏ। ਸਭ ਕੋ ਮੀਤ ਹਮ ਆਪਨ ਕੀਨਾ। ਐਸੀ ਮੇਰੀ ਜ਼ਿੰਦਗੀ ਬਣ ਗਈ। ਮੇਰੀ ਭਟਕਣਾ ਮੁੱਕ ਗਈ। ਮੈਂ ਸੱਚ ਦੇ ਰਾਹਾਂ ਤੇ ਤੁਰਨ ਜੋਗਾ ਹੋ ਗਿਆ। ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਨਾਮ ਨਿਧਾਨ ਦਾ ਮਤਲਬ ਨਾਮ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ। ਸਤਿਗੁਰੂ ਸੁਣਾਇਆ ਦਾ ਮਤਲਬ ਗੁਰੂ ਨੇ ਮੈਨੂੰ ਸੁਣਾ ਦਿੱਤਾ, ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਕਿ ਰੱਬੀ ਗੁਣਾਂ ਦਾ ਜਿਹੜਾ ਖਜ਼ਾਨਾ ਹੈ ਨਾ, ਇਹ ਸੁੱਖਾਂ ਦਾ ਸਾਧਨ ਹੈ। ਰੱਬੀ ਹੁਕਮ ਵਿੱਚ ਤੁਰਨਾ, ਇਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਪ੍ਰਭੂ ਦੀ ਸਿਫਤ ਸਲਾਹ ਕਰਨੀ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਇਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਤੇ ਜਦੋਂ ਮੈਂ ਗੁਰੂ ਦੀ ਇਹ ਗੱਲ ਸੁਣੀ, ਇਸ ਗੱਲ ਨੂੰ ਮੰਨਿਆ, ਮਿਟ ਗਏ ਸਗਲੇ ਰੋਗਾ ਜੀਓ। ਮੇਰੀ ਜ਼ਿੰਦਗੀ ਦੇ ਸਾਰੇ ਰੋਗ ਮਿਟ ਗਏ। ਰੋਗ ਦਾ ਮਤਲਬ ਕਾਮ, ਕ੍ਰੋਧ, ਲੋਭ ਆਦਿਕ ਮਿਟ ਗਏ। ਅੰਤਰ ਬਾਹਰ ਤੇਰੀ ਬਾਣੀ। ਅੰਤਰ ਦਾ ਮਤਲਬ ਮੇਰੇ ਅੰਦਰ, ਬਾਹਰ ਦਾ ਮਤਲਬ ਦੂਜਿਆਂ ਵਿੱਚ। ਅੰਦਰ ਬਾਹਰ ਸਭ ਜੀਵਾਂ ਵਿੱਚ ਤੇਰੀ ਬਾਣੀ ਸੁਣਾਈ ਦੇ ਰਹੀ ਹੈ। ਯਾਨੀ ਹਰ ਇੱਕ ਦੇ ਅੰਦਰ ਤੂੰ ਬੋਲਦਾ ਹੋਇਆ ਸੁਣਾਈ ਦੇ ਰਿਹਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਹੁਣ ਪ੍ਰਭੂ ਜਦੋਂ ਮੈਂ ਸੁਣਦਾ ਤਾਂ ਮੈਨੂੰ ਸਮਝ ਆ ਗਈ ਵੀ ਸਾਰਿਆਂ ਵਿੱਚ ਤੂੰ ਹੀ ਬੋਲ ਰਿਹਾ, ਸਾਰਿਆਂ ਵਿੱਚ ਤੂੰ ਬੈਠਾ ਹੈ, ਸਾਰਿਆਂ ਵਿੱਚ ਤੂੰ ਵਸ ਰਿਹਾ ਹੈ। ਸਾਰਿਆਂ ਦੇ ਅੰਦਰ ਇਹ ਸੰਭਾਵਨਾ ਹੈ ਕਿ ਉਹ ਤੇਰੇ ਵਰਗੇ ਹੋ ਜਾਣ। ਖੁਦ ਆਪ ਕਥੀ ਤੈਂ ਆਪ ਵਖਾਣੀ। ਇਹਨੂੰ ਤੈ ਨਹੀਂ ਪੜਨਾ, ਤੈਂ ਪੜਨਾ ਹੈ। ਤੈਂ ਦਾ ਮਤਲਬ ਤੂੰ, ਵਖਾਣੀ ਦਾ ਮਤਲਬ ਬਿਆਨ ਕੀਤੀ, ਕਥੀ ਦਾ ਮਤਲਬ ਆਖੀ। ਮੈਨੂੰ ਇਹ ਨਿਸ਼ਚਾ ਹੋ ਗਿਆ ਕਿ ਹਰ ਜੀਵ ਦੇ ਅੰਦਰ ਤੂੰ ਆਪ ਹੀ ਕਥਨ ਕਰ ਰਿਹਾ ਹੈ ਤੇ ਆਪ ਹੀ ਬੋਲ ਰਿਹਾ ਹੈ। ਯਾਨੀ ਹਰ ਜੀਵ ਤੇਰੀ ਰਜ਼ਾ ਭਾਣੇ ਔਰ ਸਿਸਟਮ ਮੁਤਾਬਕ ਬੋਲ ਰਿਹਾ ਹੈ। ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਗੁਰੂ ਨੇ ਮੈਨੂੰ ਕਿਹਾ ਦਾ ਮਤਲਬ ਗੁਰੂ ਨੇ ਮੈਨੂੰ ਦੱਸਿਆ ਹੈ, ਸਮਝਾਇਆ ਹੈ। ਸਭ ਏਕੋ ਏਕੋ ਦਾ ਮਤਲਬ ਸਭ ਥਾਵਾਂ ਤੇ ਇੱਕ ਹੀ ਪਸਰਿਆ ਹੋਇਆ ਹੈ। ਇੱਕੋ ਹੀ ਹੈ ਸਭ ਥਾਵਾਂ ਤੇ, ਦੂਜਾ ਕੋਈ ਨਹੀਂ ਹੈ। ਔਰ ਹਕੀਕਤ ਇਹੋ ਹੀ ਹੈ ਜੋ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਸਾਡਾ ਸਾਰਿਆਂ ਦਾ ਹੀ ਸਰੀਰ ਪੰਜਾਂ ਤੱਤਾਂ ਦਾ ਬਣਿਆ, ਚਾਹੇ ਹਿੰਦੂ, ਮੁਸਲਮਾਨ, ਸਿੱਖ ਕੋਈ ਵੀ ਹੈ। ਸਾਰਿਆਂ ਹੀ ਆਕਸੀਜਨ ਰਾਹੀਂ ਜਿੰਦਾ ਨੇ, ਸਾਰਿਆਂ ਨੂੰ ਚੰਦਰਮਾ ਚਾਨਣ ਦੇ ਰਿਹਾ ਹੈ, ਸਾਰਿਆਂ ਨੂੰ ਸੂਰਜ ਚਾਨਣ ਦੇ ਰਿਹਾ ਹੈ, ਸਾਰਿਆਂ ਨੂੰ ਹੀ ਖੁਰਾਕ ਵਗੈਰਾ ਮਿਲ ਰਹੀ ਹੈ। ਇੱਕੋ ਸਿਸਟਮ ਦੇ ਵਿੱਚ ਤੇ ਜੀ ਰਹੇ ਨੇ, ਤੇ ਫਿਰ ਬਗਾਨਾ ਕਿੱਥੇ? ਸਭ ਥਾਵਾਂ ਤੇ ਇੱਕ ਸਿਸਟਮ ਲਾਗੂ ਹੈ, ਸਭ ਥਾਵਾਂ ਦੇ ਇੱਕ ਅੰਦਰ ਵਿਆਪਕ ਹੈ। ਅਵਰ ਨਾ ਕੋਈ ਹੋਏਗਾ ਜੀ, ਉਹ ਇੱਕ ਤੋਂ ਬਿਨਾ ਹੋਰ ਕੋਈ ਨਹੀਂ ਹੈ। ਨਾ ਕੋਈ ਸੀ, ਨਾ ਕੋਈ ਹੈ, ਨਾ ਕੋਈ ਹੋਵੇਗਾ। ਅਸੀਂ ਸਾਰੇ ਅਸਲ ਦੇ ਵਿੱਚ ਤਾਂ ਇੱਕ ਹੀ ਹਾਂ। ਇੱਕੋ ਜਿਹਾ ਸਰੀਰ ਹੈ। ਮੇਰੀਆਂ ਜੋ ਭਾਵਨਾਵਾਂ ਨੇ ਉਹ ਇਹ ਨੇ ਕਿ ਮੈਨੂੰ ਸੁੱਖ ਮਿਲੇ, ਪਿਆਰ ਮਿਲੇ, ਮੈਂ ਮੁਕਤ ਹੋਵਾਂ। ਤੇ ਤੁਹਾਡੀਆਂ ਭਾਵਨਾਵਾਂ ਵੀ ਇਹੀ ਨੇ। ਇੱਕੋ ਸਿਸਟਮ ਵਿੱਚ ਸਾਰੇ ਜੀ ਰਹੇ ਆ। ਫਿਰ ਬੇਗਾਨੀਅਤ ਕਿੱਥੋਂ ਆ ਗਈ? ਤੁਸੀਂ ਮੇਰੇ ਲਈ ਬੇਗਾਨੇ ਕਦੋਂ ਹੋ ਗਏ? ਸੋਚ ਦੀ ਗੱਲ ਹੈ ਨਾ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਦਿਕ ਧਰਮਾਂ ਦੇ ਨਾਮ ਦੇ ਉੱਤੇ ਲੜ ਰਹੇ ਨੇ। ਸੋਚ ਹੈ ਨਾ ਮਾੜੀ। ਅੰਮ੍ਰਿਤ ਰਸ ਹਰ ਗੁਰ ਤੇ ਪੀਆ। ਅੰਮ੍ਰਿਤ ਰਸ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਜੋ ਰਸ ਹੈ, ਜੀਵਨ ਦਾ ਢੰਗ ਹੈ, ਜਿਹਦੇ ਰਾਹੀਂ ਆਤਮਿਕ ਜੀਵਨ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਖੇੜਾ ਮਿਲਦਾ ਹੈ, ਐਸੀ ਸੋਚ ਮਿਲਦੀ ਹੈ। ਇਹ ਜਿਹੜਾ ਰਸ ਹੈ ਮੈਂ ਗੁਰੂ ਤੋਂ ਪੀਤਾ ਹੈ, ਗੁਰੂ ਤੋਂ ਪ੍ਰਾਪਤ ਕੀਤਾ ਹੈ। ਇਹ ਜੀਵਨ ਦਾ ਢੰਗ ਜਿਹੜਾ ਰਸਦਾਇਕ ਹੈ, ਇਹ ਮੈਨੂੰ ਗੁਰੂ ਤੋਂ ਮਿਲਿਆ ਹੈ।
ਤਾਂ ਇਹਦਾ ਮੀਨਿੰਗ ਇਹ ਹੋਇਆ ਕਿ ਜੇ ਅਸੀਂ ਐਸੀ ਜ਼ਿੰਦਗੀ ਜੀਣੀ ਚਾਹੁੰਦੇ ਆ ਤਾਂ ਸਾਨੂੰ ਡਾਇਰੈਕਟ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ। ਮੇਰੀਆਂ ਗੱਲਾਂ ਤੇ ਵਿਸ਼ਵਾਸ ਨਾ ਕਰਿਓ, ਮੈਂ ਗਲਤ ਹੋ ਸਕਦਾ। ਜੇ ਮੇਰੇ ਤੇ ਵਿਸ਼ਵਾਸ ਕਰੋਗੇ ਤੁਸੀਂ ਭਟਕ ਸਕਦੇ ਹੋ। ਵਿਸ਼ਵਾਸ ਗੁਰੂ ਤੇ ਕਰਿਓ। ਇਸ ਲਈ ਗੁਰੂ ਦੇ ਨਾਲ ਡਾਇਰੈਕਟ ਆਪ ਜੁੜਿਓ, ਗੁਰਬਾਣੀ ਆਪ ਪੜੋ, ਗੁਰਬਾਣੀ ਦੀ ਵਿਚਾਰ ਆਪ ਕਰੋ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੋ, ਯੂਨੀਵਰਸਲ ਟਰੁੱਥ ਨੂੰ ਫੋਲੋ ਕਰਿਓ। ਗੁਰਬਾਣੀ ਯੂਨੀਵਰਸਲ ਟਰੁੱਥ ਹੈ। ਤਾਂ ਇਹ ਜੋ ਬ੍ਰਹਿਮੰਡੀ ਸੱਚ ਹੈ, ਜਿਸ ਰਾਹੀਂ ਆਤਮਿਕ ਜੀਵਨ ਮਿਲਦਾ ਹੈ, ਇਹ ਮੈਂ ਗੁਰੂ ਤੋਂ ਪੀਤਾ ਹੈ, ਮਾਣਿਆ ਹੈ। ਹਰ ਪਹਿਨਣ ਨਾਮ ਭੋਜਨ ਥੀਆ, ਥੀਆ ਦਾ ਮਤਲਬ ਹੋ ਗਿਆ ਹੁਣ ਮੇਰੀ ਆਤਮਿਕ ਖੁਰਾਕ ਔਰ ਮੇਰਾ ਆਤਮਿਕ ਪਹਿਨਣਾ, ਖਾਣਾ ਪੀਣਾ, ਇਹ ਸਾਰਾ ਰੱਬ ਦਾ ਨਾਮ ਹੋ ਗਿਆ, ਗੁਣ ਹੋ ਗਿਆ ਹੈ। ਹੁਣ ਦੇਖੋ ਬਹੁਤ ਸਾਰੇ ਲੋਕ ਨੇ ਉਹ ਅੰਨ ਨਹੀਂ ਖਾਂਦੇ ਕਿ ਅੰਨ ਛੱਡਣ ਦੇ ਨਾਲ ਰੱਬ ਮਿਲੇਗਾ। ਕਈ ਲੋਕ ਨੇ ਨਾ ਕੱਪੜੇ ਵੱਖਰੇ ਵੱਖਰੇ ਪਾਉਂਦੇ ਨੇ, ਹਰ ਧਰਮ ਦਾ ਆਪਣਾ ਪਹਿਨਾਵਾ ਹੈ ਕਿ ਸ਼ਾਇਦ ਇਹ ਕੱਪੜੇ ਪਾਉਣ ਦੇ ਨਾਲ ਰੱਬ ਮਿਲੇਗਾ, ਇਹ ਕੱਪੜੇ ਜੇ ਅਸੀਂ ਪਾਵਾਂਗੇ ਤਾਂ ਅਸੀਂ ਧਾਰਮਿਕ ਹਾਂ। ਕੱਪੜਿਆਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਉਚੇਚੇ ਤੌਰ ਤੇ ਲਿਖਿਆ ਹੈ ਕਿ ਸਿੱਖ ਨੂੰ ਕਛਹਿਰੇ ਔਰ ਦਸਤਾਰ ਤੋਂ ਇਲਾਵਾ ਕਿਸੇ ਵੀ ਚੀਜ਼ ਦਾ ਉੱਤੇ ਬੰਧਨ ਨਹੀਂ। ਕਛਹਿਰਾ ਪਾਏ, ਦਸਤਾਰ ਬੰਨੇ, ਇਸ ਤੋਂ ਇਲਾਵਾ ਉਹ ਪੈਂਟ ਸ਼ਰਟ ਪਾਏ, ਕਮੀਜ਼ ਪਜਾਮਾ ਪਾਏ, ਕੋਈ ਪਹਿਨਾਵੇ ਤੇ ਬੈਨ ਨਹੀਂ। ਔਰਤ ਉੱਤੇ ਕੋਈ ਬੈਨ ਨਹੀਂ ਕਿ ਉਹ ਮਤਲਬ ਕਿਹੜੇ ਕੱਪੜੇ ਪਾਵੇ। ਔਰਤ ਵਾਸਤੇ ਜੋ ਅੰਮ੍ਰਿਤਧਾਰੀ ਹੈ, ਜੇ ਉਹ ਚਾਹੇ ਤੇ ਦਸਤਾਰ ਸਜਾ ਲੈ, ਚਾਹੇ ਤਾਂ ਚੁੰਨੀ ਲੈ ਲਵੇ, ਉਹਦੀ ਮਰਜ਼ੀ ਹੈ। ਕਛਹਿਰੇ ਔਰ ਦਸਤਾਰ ਤੋਂ ਇਲਾਵਾ ਹੋਰ ਕੋਈ ਬੈਨ ਨਹੀਂ ਹੈ। ਪੈਂਟ ਸ਼ਰਟ ਤੁਸੀਂ ਪਾਉਂਦੇ ਹੋ ਜਾਂ ਤੁਸੀਂ ਕਮੀਜ਼ ਪਜਾਮਾ ਪਾਉਂਦੇ ਹੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋਚ ਨਾਲ ਫਰਕ ਪੈਣਾ ਹੈ ਕਿ ਤੁਹਾਡੀ ਮੈਂਟੈਲਿਟੀ ਕੈਸੀ ਹੈ, ਤੁਹਾਡੇ ਬੋਲ ਕੈਸੇ ਨੇ, ਤੁਹਾਡਾ ਬਿਹੇਵੀਅਰ ਕੈਸਾ ਹੈ। ਤਾਂ ਗੁਰੂ ਨੇ ਮੈਨੂੰ ਹੁਣ ਖਾਣਾ ਔਰ ਪਹਿਨਣਾ, ਹੰਡਾਣਾ, ਰੱਬ ਦੇ ਗੁਣ ਦੇ ਦਿੱਤੇ ਨੇ। ਮੈਂ ਰੱਬੀ ਗੁਣਾਂ ਨੂੰ ਹੀ ਆਪਣੀ ਖੁਰਾਕ ਔਰ ਪਹਿਨਾਵਾ ਬਣਾਇਆ। ਆਤਮਾ ਨਾਮ ਰੰਗ, ਨਾਮ ਚੋਜ ਤਮਾਸ਼ੇ, ਨਾਉ ਨਾਨਕ ਕੀਨੇ ਭੋਗਾ ਜੀ। ਉਹ ਨਾਮ ਦੇ ਮੰਮੇ ਨਾਲ ਸਿਹਾਰੀ ਹੈ। ਨਾਮ ਵਿੱਚ, ਨਾਮ ਦੇ ਵਿੱਚ ਜੁੜੇ ਰਹਿਣਾ। ਨਾਮ ਦਾ ਮਤਲਬ ਰੱਬੀ ਹੁਕਮ, ਕੁਦਰਤ ਦੇ ਜੋ ਬਣੇ ਨਿਯਮ ਨੇ, ਰੱਬੀ ਗੁਣ ਨੇ। ਹੇ ਨਾਨਕ, ਰੱਬੀ ਗੁਣਾਂ ਵਿੱਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖੁਸ਼ੀਆਂ ਨੇ। ਰੱਬੀ ਗੁਣਾਂ ਵਿੱਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਰੰਗ ਤਮਾਸ਼ੇ ਨੇ, ਤੇ ਰੱਬੀ ਗੁਣਾਂ ਵਿੱਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਭੋਗ ਵਿਲਾਸ ਨੇ। ਹੁਣ ਮੈਨੂੰ ਦੁਨੀਆ ਦੇ ਰੰਗ ਤਮਾਸ਼ਿਆਂ ਦੀ ਲੋੜ ਨਹੀਂ ਹੈ, ਮੈਨੂੰ ਭੋਗ ਵਿਲਾਸਾਂ ਦੀ ਲੋੜ ਨਹੀਂ ਹੈ। ਜਿਹੜੀਆਂ ਖੁਸ਼ੀਆਂ ਇਹਨਾਂ ਚੋਂ ਮਿਲਦੀਆਂ ਨੇ ਨਾ, ਉਹ ਮੈਨੂੰ ਰੱਬੀ ਗੁਣਾਂ ਚੋਂ ਮਿਲ ਰਹੀਆਂ ਨੇ। ਯਾਦ ਰੱਖਣਾ, ਹੋ ਸਕਦਾ ਹੈ ਕਿਸੇ ਨੂੰ ਸ਼ਰਾਬ ਪੀ ਕੇ ਖੁਸ਼ੀ ਮਿਲਦੀ ਹੋਵੇ, ਪਲ ਭਰ ਦੀ ਖੁਸ਼ੀ ਸਾਰੀ ਜ਼ਿੰਦਗੀ ਦਾ ਨੁਕਸਾਨ ਹੈ। ਕਿਡਨੀਆਂ ਖਤਮ, ਰਿਸ਼ਤੇ ਖਤਮ, ਪ੍ਰਾਪਰਟੀ ਖਤਮ, ਸਾਰਾ ਕੁਝ ਗੜਬੜ ਹੋ ਜਾਂਦਾ ਨਾ। ਹੋ ਸਕਦਾ ਹੈ ਕਿਸੇ ਨੂੰ ਝੂਠ ਬੋਲ ਕੇ ਖੁਸ਼ੀ ਮਿਲਦੀ ਹੋਵੇ, ਪਰ ਥੋੜਾ ਜਿਹਾ ਬੋਲਿਆ ਹੋਇਆ ਝੂਠ ਕਿੱਡੇ ਵੱਡੇ ਵੱਡੇ ਰਿਸ਼ਤੇ ਤੋੜ ਦਿੰਦਾ ਹੈ। ਹੋ ਸਕਦਾ ਹੈ ਕਿਸੇ ਨੂੰ ਲੋਭ ਕਰਕੇ 4 ਕਿੱਲੇ ਭਰਾ ਦੀ ਪ੍ਰਾਪਰਟੀ ਦਬਾ ਕੇ ਖੁਸ਼ੀ ਮਿਲੀ ਹੋਵੇ, ਲੇਕਿਨ ਕਿੰਨੇ ਵੱਡੇ ਵੱਡੇ ਦੁਖਾਨ ਪੈਦਾ ਹੋ ਜਾਂਦੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਵਿੱਚ ਜੁੜਨਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਤਮਾਸ਼ੇ ਨੇ। ਰੱਬੀ ਗੁਣਾਂ ਵਿੱਚ ਜੁੜਨਾ ਹੀ ਮੇਰੇ ਵਾਸਤੇ ਭੋਗ ਵਿਲਾਸ ਨੇ। ਰੱਬੀ ਗੁਣਾਂ ਦੇ ਵਿੱਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਨੇ।